स्वागत है पीटीसी न्यूज़ ਵਿੱਚ ਸਾਰੇ ਦਰਸ਼ਕਾਂ ਦਾ। ਮੈਂ ਹਰਪ੍ਰੀਤ ਸਿੰਘ ਵਿਚਾਰ ਤਕਰਾਰ ਲੈ ਕੇ ਇੱਕ ਵਾਰ ਫਿਰ ਤੋਂ ਤੁਹਾਡੇ ਸਾਹਮਣੇ ਹਾਜ਼ਰ ਹਾਂ। ਹਾਲ ਦੇ ਵਿੱਚ ਕਿਸਾਨ ਆਗੂਆਂ ਵੱਲੋਂ ਕਿਸਾਨ ਜਥੇਬੰਦੀਆਂ ਵੱਲੋਂ ਹੜਤਾਲ ਕੀਤੀ ਗਈ ਸੀ 10 ਦਿਨ ਦੀ ਨਹੀਂ ਪੂਰੇ ਮੁਲਕ ਦੇ ਵਿੱਚ ਆਪਣੀਆਂ ਮੰਗਾਂ ਨੂੰ ਲੈ ਕੇ, ਪਰ ਉਹਨਾਂ ਨੂੰ ਅੱਧ ਵਿਚਾਲੇ ਹੀ ਪੰਜਾਬ ਦੇ ਵਿੱਚ ਆਪਣੀ ਉਹ ਹੜਤਾਲ ਵਾਪਸ ਲੈਣੀ ਪਈ। ਇੱਕ ਵਾਰ ਫਿਰ ਤੋਂ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ ਤੇ ਉਤਾਰੂ ਨੇ ਔਰ ਪਾਵਰਕੌਮ ਨੂੰ ਅੱਜ ਘੇਰਾਬੰਦੀ ਕੀਤੀ ਗਈ ਹੈ। मकसद ये है कि इन्हों वालों कहा जा रहा है कि झोने जेकर असीं लगाना है तो सानू पूरी सप्लाई 8 तो 10 घंटे दी जाए, जबकि पावरकॉम का कहना है कि 20 जून तो पहला पावर सप्लाई नहीं दी जा सकती। कई थावां ते 10 जून तो ही झोने की लवाई शुरू हो गई है, जबकि सरकारी तौर पर कहा गया कि 20 जून तो झोना पहला नहीं लगाना, जे लगाया गया तो उसनूं वाह दिता जाएगा। इसके बावजूद किसान जथेबंदियां वालों झोने की लवाई शुरू करवा दी गई है। सरकार के वार वार कहने के बावजूद किसानों वालों कदम क्यों चुकया गया और क्यों नहीं 20 जून तो पहला सप्लाई संभव हो सकती 8 तो 10 घंटे की, इसे ते विचार चर्चा लैके हाजिर होए हैं। क्योंकि जो बार बार असीं ये कहने कि साडा बिजली सरप्लस सूबा है, बिजली सरप्लस सूबा है, बिजली बहुत है, तो फिर सानू दिक्कत की है 10 जून नूं बिजली देने की, इसे ते विचार चर्चा लैके हाजिर होए हैं। सब तो पहला जान पछाण करा देना, फिर अगे वधदे हां। ਸਾਡੇ ਨਾਲ ਜੋਗਿੰਦਰ ਸਿੰਘ ਉਗਰਾਹਾਂ ਸਾਹਿਬ ਮੌਜੂਦ ਨੇ, ਸੂਬਾ ਪ੍ਰਧਾਨ ਨੇ BKU ਉਗਰਾਹਾਂ ਦੇ। ਨਛੱਤਰ ਸਿੰਘ ਬੈਦਵਾਨ ਸਾਹਿਬ ਮੌਜੂਦ ਨੇ, ਆਗੂ ਨੇ BKU ਲਖੋਵਾਲ ਦੇ। ਸਾਡੇ ਨਾਲ ਜਗਤਾਰ ਸਿੰਘ ਸੰਘੇੜਾ ਸਾਹਿਬ ਮੌਜੂਦ ਨੇ, ਸੂਬਾ ਸਕੱਤਰ ਨੇ ਆਮ ਆਦਮੀ ਪਾਰਟੀ ਦੇ। ਸਿਕੰਦਰ ਸਿੰਘ ਮਲੂਕਾ ਸਾਹਿਬ ਮੌਜੂਦ ਨੇ, ਪ੍ਰਧਾਨ ਨੇ ਕਿਸਾਨ ਵਿੰਗ ਸ਼੍ਰੋਮਣੀ ਅਕਾਲੀ ਦਲ ਦੇ। ਔਰ ਇਸ ਦੇ ਨਾਲ ਹੀ ਸਾਡੇ ਨਾਲ ਕਾਂਗਰਸ ਦੇ ਆਗੂ ਵੀ ਥੋੜੀ ਦੇਰ ਤੱਕ ਜੁੜਨਗੇ। ਸਾਰੇ ਮਹਿਮਾਨਾਂ ਦਾ ਸਵਾਗਤ ਹੈ। ਮੈਂ ਜੋਗਿੰਦਰ ਸਿੰਘ ਜੀ ਸ਼ੁਰੂਆਤ ਤੁਹਾਡੇ ਤੋਂ ਕਰਾਂਗਾ। ਜੇ ਸਰਕਾਰ ਇਹ ਕਹਿੰਦੀ ਹੈ ਕਿ ਤੁਸੀਂ 20 ਤੋਂ ਪਹਿਲਾਂ ਝੋਨਾ ਨਹੀਂ ਲਾਣਾ, ਤਾਂ ਤੁਸੀਂ ਕਿਉਂ 10 ਜੂਨ ਤੋਂ ਇਹ ਝੋਨਾ ਲਾਣਾ ਸ਼ੁਰੂ ਕੀਤਾ? ਜਿਹੜਾ ਸਰਕਾਰ ਦਾ ਇਹ ਫਰਮਾਨ ਹੈ ਵੀ 20 ਜੂਨ ਤੋਂ ਝੋਨਾ ਲਾਉਣਾ ਹੈ, ਇਹ ਇੱਕ ਸਰਕਾਰ ਸਾਡੇ ਤੇ ਥਾਣੇਦਾਰੀ ਕਰ ਰਹੀ ਹੈ। ਇਹ ਸਰਕਾਰ ਦਾ ਫਰਮਾਨ ਇਸ ਕਰਕੇ ਅਸੀਂ ਇਹਨੂੰ ਰੱਦ ਕਰਦੇ ਹਾਂ, ਕਿਉਂਕਿ ਪਹਿਲਾਂ ਸਰਕਾਰ ਨੇ 10 ਜੂਨ ਤੈਅ ਕੀਤੀ, ਫਿਰ ਪਿਛਲੇ ਸਾਲ 15 ਜੂਨ ਤੈਅ ਕੀਤੀ, ਹੁਣ ਉਹ 20 ਜੂਨ ਤੇ ਲੈ ਗਏ। ਇਹਦਾ ਇਹ ਮਤਲਬ ਹੈ ਵੀ ਸਰਕਾਰ ਨੂੰ ਇਸ ਗੱਲ ਦਾ ਨਹੀਂ ਪਤਾ ਕਿ ਜਿਹੜਾ ਅਸੀਂ ਮਾਲਵੇ ਦੇ ਵਿੱਚ ਅਸੀਂ ਝੋਨਾ ਲਾਉਂਦੇ ਹਾਂ ਉਹ 125 ਦਿਨ 20-25 ਦਿਨ ਤੋਂ ਵੱਧ ਲੈਂਦਾ ਹੈ। ਜੇ ਉਹ 20 ਜੂਨ ਨੂੰ ਲਾਉਂਦੇ ਆ ਤਾਂ ਉਹ ਜਾ ਕੇ 15 ਦਿਨਾਂ ਦੇ ਵਿੱਚ ਉਹ ਝੋਨਾ ਲੱਗੂਗਾ, ਜਾ ਕੇ ਉਹ 10 ਜੁਲਾਈ ਤੋਂ 10 ਨਵੰਬਰ ਤੋਂ ਪਹਿਲਾਂ ਪੱਕਦਾ ਨਹੀਂ, 10 ਜੁਲਾਈ ਤੱਕ ਉਹ ਲੱਗੂਗਾ। ਉਹ ਜਾਨੀ ਜੇ ਪੂਰੇ ਦਿਨ ਲੈਂਦੇ ਆ ਤਾਂ ਜਾਨੀ ਜਦੋਂ ਝੋਨਾ ਪੱਕਣ ਦਾ ਮੌਕਾ ਆਉਂਦਾ ਉਦੋਂ ਇਹੀ ਜਿਹੀ ਸਥਿਤੀ ਹੋ ਜਾਂਦੀ ਹੈ ਵੀ ਉਹਦੇ ਵਿੱਚ ਹਰਾ ਦਾਣਾ ਹਰ ਹਾਲਤ 'ਚ ਰਹਿੰਦਾ, ਝੋਨੇ 'ਚ ਨਮੀ ਰਹਿੰਦੀ ਹੈ। ਠੀਕ ਹੈ, ਉਹਦੇ 'ਚ ਖਰੀਦ ਵੇਚਣ ਦੇ ਵਿੱਚ ਦਿੱਕਤਾਂ ਆਉਂਦੀਆਂ ਨੇ ਤੇ ਗਾਹਾਂ ਕਣਕ ਵੀ ਲੇਟ ਹੁੰਦੀ। ਅੱਛਾ ਜੋਗਿੰਦਰ ਸਿੰਘ ਜੀ, ਕੋਈ ਤਰਕ ਤਾਂ ਹੋਏਗਾ ਨਾ ਸਰਕਾਰ ਦਾ? ਜੇ ਸਰਕਾਰ 20 ਜੂਨ ਨੂੰ ਕਹਿ ਰਹੀ ਹੈ ਤਾਂ ਉਹਦੇ ਪਿੱਛੇ ਕੋਈ ਤਰਕ ਹੋਏਗਾ, ਉਹਨਾਂ ਦਾ ਕੋਈ ਮਜਬੂਰੀ ਹੋਏਗੀ ਉਹਨਾਂ ਦੀ? ਉਹਨਾਂ ਦੀ ਮਜਬੂਰੀ ਤਾਂ ਇੱਕੋ ਹੀ ਹੈ ਕਿ ਪਾਣੀ ਮੁੱਕ ਰਿਹਾ ਹੈ, ਪਾਣੀ ਡੂੰਘਾ ਜਾ ਰਿਹਾ ਹੈ, ਪਾਣੀ ਖਤਮ ਹੋ ਰਿਹਾ ਹੈ। ਅਸੀਂ ਸਮਝਦੇ ਹਾਂ ਵੀ ਇਹ ਕੋਈ ਤਰਕ ਨਹੀਂ ਤੁਹਾਡਾ। ਜਿਹੜਾ ਪਾਣੀ ਖਤਮ ਹੋਣ ਦੀ ਤੁਸੀਂ ਗੱਲ ਕਰਦੇ ਹੋ, ਜਦੋਂ 20 ਜੂਨ ਨੂੰ ਆਪਣਾ ਝੋਨਾ ਲੱਗੂਗਾ, ਘੱਟੋ ਘੱਟ ਪੰਜਾਬ ਦੇ ਵਿੱਚ 80 ਲੱਖ ਏਕੜ ਦੇ ਵਿੱਚ ਝੋਨਾ ਲੱਗਦਾ ਹੈ। ਉਹ ਸਾਰਾ ਝੋਨਾ 10 ਦਿਨਾਂ ਦੇ ਵਿੱਚ ਜਦੋਂ ਲੱਗੂਗਾ, ਲਗਾਤਾਰ ਮੋਟਰਾਂ ਜਿੰਨੇ ਕਨੈਕਸ਼ਨ ਜਿੰਨਾ ਚਿਰ ਦੇਣਗੇ, ਲਾਈਟ ਦੇਣਗੇ, ਟਿਊਬਵੈੱਲ 24 ਘੰਟੇ ਚੱਲਣਗੇ। 24 ਘੰਟੇ ਚੱਲਣ ਨਾਲ ਪਾਣੀ ਹੋਰ ਡੂੰਘਾ ਜਾਊਗਾ, ਡਿਲੀਵਰੀਆਂ ਹੋਰ ਪੈਣਗੀਆਂ, ਕਿਸਾਨਾਂ ਨੂੰ ਹੋਰ ਖਰਚੇ ਪੈਣਗੇ ਵਾਧੂ, ਲੇਬਰ ਮਹਿੰਗੀ ਲਾਉਣੀ ਪਊਗੀ। ਉਹ ਦਿਨਾਂ ਦੇ ਵਿੱਚ ਥੋੜ੍ਹੇ ਦਿਨਾਂ ਦੇ ਵਿੱਚ ਉਹ ਝੋਨਾ ਝੋਨਾ ਲਾਉਣਾ ਉਹ ਵੱਡੀਆਂ ਦਿੱਕਤਾਂ ਖੜੀਆਂ ਕਰਦਾ ਤੇ ਪਾਣੀ ਸਗੋਂ ਜ਼ਿਆਦਾ ਮੁੱਕਦਾ ਹੈ। ਆਹ ਹੁਣ ਬਾਰਿਸ਼ ਹੋ ਗਈ ਹੈ, ਸਾਰੇ ਖੇਤ ਸਾਡੇ ਭਰੇ ਪਏ ਹੈ, ਖੇਤਾਂ ਦੇ ਵਿੱਚ ਹੁਣ 2-2 ਘੰਟਿਆਂ ਨਾਲ ਇੱਕ ਕਿੱਲਾ ਭਰਦਾ ਹੈ ਤੇ ਹੁਣ ਝੋਨਾ ਪਨੀਰੀ ਸਾਡੀ ਤਿਆਰ ਹੈ, ਸਰਕਾਰ ਕਹਿੰਦੀ ਲਾਓ ਨਾ। ਇਹ ਕਿਵੇਂ ਹੋ ਸਕਦਾ? ਚਲੋ ਤੁਹਾਡੀ ਮਜਬੂਰੀ ਹੈ ਕਿ ਤੁਸੀਂ ਝੋਨਾ ਪਹਿਲਾਂ ਲਾਣਾ, ਨਹੀਂ ਤਾਂ ਇੱਕ ਪਾਸੇ ਹੋਵੇ ਸਰਕਾਰ, ਜੇਕਰ ਝੋਨੇ ਦੇ ਵਿੱਚ ਨਮੀ ਰਹਿ ਜਾਂਦੀ ਹੈ ਤਾਂ ਉਹ ਨਮੀ ਦੀ ਫੀਸਦ ਵਧਾ ਦੇਵੇ ਤਾਂ ਤੁਹਾਨੂੰ 20 ਜੂਨ ਨੂੰ ਸਪਲਾਈ ਦਿੱਤੀ ਜਾਵੇ ਤਾਂ ਕੋਈ ਦਿੱਕਤ ਨਹੀਂ ਹੋਏਗੀ। ਸਾਡੇ ਨਾਲ ਨਹੀਂ ਦਿੱਕਤ ਹੈ। ਹਾਂਜੀ ਨਹੀਂ ਦਿੱਕਤ। ਨਛੱਤਰ ਸਿੰਘ ਬੈਦਵਾਨ ਸਾਹਿਬ ਵੀ ਮੌਜੂਦ ਨੇ। ਬੈਦਵਾਨ ਸਾਹਿਬ, ਅੱਜ BKU ਲਖੋਵਾਲ ਨੇ ਘੇਰਾ ਪਾਇਆ ਜਿਹੜਾ ਪਾਵਰ ਕਾਰਪੋਰੇਸ਼ਨ ਨੂੰ। ਮੈਂ ਤੁਹਾਡੇ ਤੋਂ ਇਹ ਜਾਣਨਾ ਚਾਹੁੰਦਾ, ਜਦੋਂ ਇੱਕ ਮਜਬੂਰੀ ਹੈ, ਜਦੋਂ ਅਸੀਂ ਵਾਰ-ਵਾਰ ਕਹਿੰਦੇ ਹਾਂ ਕਿ ਪਾਣੀ ਬਚਾਉਣ ਦੀ ਜ਼ਰੂਰਤ ਹੈ, ਪਾਣੀ ਬਚਾਉਣ ਦੀ ਜ਼ਰੂਰਤ ਹੈ, ਤਾਂ ਅਜਿਹੇ ਦੇ ਵਿੱਚ 20 ਜੂਨ ਨੂੰ ਤੁਹਾਨੂੰ ਜੇਕਰ ਸਪਲਾਈ ਦਿੱਤੀ ਜਾ ਰਹੀ ਹੈ ਤਾਂ ਫਿਰ ਦਿੱਕਤ ਕੀ ਹੈ? ਸਮੱਸਿਆ ਸਿਰਫ ਇੱਕੋ ਇੱਕ ਤੁਹਾਡੀ ਇਹ ਹੈ ਕਿ ਝੋਨਾ ਤੁਹਾਡਾ ਨਮੀ ਹੈ ਜਿਹੜੀ ਉਸ 'ਚ ਰਹਿ ਜਾਂਦੀ, ਝੋਨਾ ਪੂਰੀ ਤਰ੍ਹਾਂ ਪੱਕਦਾ ਨਹੀਂ, ਜਾਂ ਕੋਈ ਹੋਰ ਵੀ ਕਾਰਨ ਹੈ ਤੁਹਾਡੇ ਕੋਲ? ਕਈ ਕਾਰਨ ਹੈ ਜੀ। ਜਿਵੇਂ ਪਹਿਲਾਂ ਤਾਂ ਇਹਨਾਂ ਨੇ 1 ਜੂਨ ਤੋਂ ਸ਼ੁਰੂ ਕਰਕੇ ਹਰ ਵਾਰੀ 5 ਦਿਨ ਵਧਾਈ ਜਾਂਦੇ ਆ। ਇਸ ਵਾਰੀ ਵੀ ਸਰਕਾਰ ਦੀ ਜਿਹੜੀ ਪਹਿਲੀ ਨੀਤ ਸੀ, ਕਾਂਤ ਸਿੰਘ ਪੰਨੂ ਜੀ ਨੇ ਜਿਹੜੀ ਰਿਪੋਰਟ ਕੀਤੀ ਉਹ 25 ਜੂਨ ਤੋਂ ਰਿਕਮੈਂਡ ਕੀਤਾ ਸੀ, ਤੇ ਜਦੋਂ ਵਿਰੋਧ ਹੋਣ ਲੱਗਿਆ ਇਹ 20 ਤੇ ਆ ਗਏ। ਯਾਨੀ ਹਰ ਵਾਰੀ ਹਰ ਸੀਜ਼ਨ 'ਚ 5 ਦਿਨ ਵਧਾ ਦਿੱਤੇ ਜਾਂਦੇ ਆ। ਉਸ ਤੋਂ ਬਾਅਦ ਫਿਰ 23 ਤਰੀਕ ਨੂੰ 23 ਮਈ ਤੋਂ ਮੀਟਿੰਗਾਂ ਹੋਈਆਂ। ਅਸੀਂ ਮੀਟਿੰਗ ਦੇ ਵਿੱਚ ਇਹਨਾਂ ਨੂੰ ਕਿਹਾ ਕਿ ਪੂਸਾ ਜਿਹੜੀ ਇਸ ਵਕਤ ਅਸੀਂ ਲਾ ਰਹੇ ਹਾਂ 10 ਕੁਇੰਟਲ ਦਾ, ਉਹਦਾ 8-10 ਕੁਇੰਟਲ ਦਾ ਝਾੜ ਦਾ ਫਰਕ ਹੈ। ਦੂਜੀਆਂ ਜਿਹੜੀਆਂ ਤੁਸੀਂ ਕਹਿੰਦੇ ਅਗੇਤੀਆਂ ਫਸਲਾਂ ਬੀਜੋ, ਉਹ ਵੀ ਅਗੇਤੀਆਂ ਨਹੀਂ ਹੁੰਦੀਆਂ, ਉਹ ਉਨਾ ਹੀ ਅੱਗੇ ਠੰਡ ਦਾ ਮੌਸਮ ਆ ਜਾਂਦਾ, 5-7 ਦਿਨ ਜ਼ਿਆਦਾ ਦਿੰਦੀਆਂ।
ਤੇ ਅਸੀਂ ਫਿਰ ਇਹਨਾਂ ਨੂੰ ਕਈ ਆਪਸ਼ਨਾਂ ਦਿੱਤੀਆਂ ਕਿ ਇੱਕ ਦਾ ਤੁਸੀਂ ਸਾਡਾ ਰੇਟ ਵਧਾ ਦਿਓ, 7 ਜੁਲਾਈ ਦੇ ਵਿੱਚ ਤੁਸੀਂ ਬਾਸਮਤੀ ਲਵਾ ਦਿਓ ਤੇ ਉਹਦਾ ਰੇਟ ਤੁਸੀਂ ਸਾਨੂੰ 3500 ਰੁਪਏ ਤੋਂ 4000 ਰੁਪਏ ਕੁਇੰਟਲ ਦੇ ਵਿਚਕਾਰ ਦੇ ਦਿਓ। ਇਹੀ ਜਿਹੜਾ ਝੋਨਾ ਸਾਨੂੰ 23-2400 ਰੁਪਈਆ 1600 ਦੇ ਰੇਟ ਦਿਓ, ਯਾਨੀ ਜਿਹੜਾ ਸਾਡਾ ਲੇਟ ਹੋਣ ਦੇ ਨਾਲ ਝਾੜ ਦਾ ਫਰਕ ਪੈਣਾ, ਪਲੱਸ ਜਿਹੜਾ ਉਹਦੇ ਵਿੱਚ ਹਰਾ ਦਾਣਾ ਰਹਿਣਾਗਾ, ਪਲੱਸ ਜੋ ਅੱਗੇ ਸਾਡਾ ਕਣਕ ਬੀਜਣ ਦਾ ਕੁਇੰਟਲ 2-2 ਕੁਇੰਟਲ ਕਣਕ ਦਾ ਨੁਕਸਾਨ ਵੀ ਹੋਣਾ, ਸਾਡੇ ਨੁਕਸਾਨ ਦੀ ਭਰਪਾਈ ਤਾਂ ਹੋਵੇ। ਉੱਪਰੋਂ ਜਿਹੜਾ ਟਾਈਮ ਘੱਟ ਹੋਣਾ ਜੀ, ਉਹਦੇ ਵਿੱਚ ਅਜੇ ਇਹਨਾਂ ਨੇ ਜਿਸ ਵਕਤ ਇਹ ਕਣਕ ਇਹ ਜੀਰੀ ਪੱਕੀ ਜਾਣੀ ਹੈ, ਕੱਟਣੀ ਹੈ, ਅਸੀਂ ਦੁਬਾਰਾ ਇਹਨਾਂ ਨੇ ਕਣਕ ਬੀਜਣ ਤੋਂ ਸਾਡੇ ਤੇ ਦੂਸਰਾ ਗਲਗੁੱਠਾ ਰੱਖਣਾ ਕਿ ਪਰਾਲੀ ਨੂੰ ਤੁਸੀਂ ਵਿੱਚ ਗਾਲੋ, ਉਹਦੇ ਵਾਸਤੇ ਵੀ ਟਾਈਮ ਚਾਹੀਦਾ। ਮੰਡੀਆਂ ਦੇ ਵਿੱਚ ਵੀ ਪ੍ਰੋਬਲਮ ਆਉਂਦੀ ਹੈ, ਜੋ ਨਵੀਂ ਆਊਗੀ ਕਿਸਾਨ ਖੇਤ ਦੇ ਵਿੱਚ 10 ਦਿਨ ਦੇ ਨਾਲ ਇਹ ਸਾਰੀਆਂ ਸਮੱਸਿਆਵਾਂ। ਪਰ ਜਿਹੜੀਆਂ ਅਸੀਂ ਇਹਨਾਂ ਨੂੰ ਆਪਸ਼ਨਾਂ ਦਿੱਤੀਆਂ, ਸਾਡੀ ਕੋਈ ਵੀ ਆਪਸ਼ਨ ਨਹੀਂ ਮੰਨਦੇ। ਜਿਹੜੀ ਇਹਨਾਂ ਦੇ ਮੂੰਹ ਤੋਂ ਇੱਕ ਵਾਰ ਗੱਲ ਨਿਕਲ ਗਈ ਉਸ ਗੱਲ ਤੇ ਪੂਰਾ ਹੀ ਨਹੀਂ ਹੁੰਦੇ, ਬਲਕਿ ਸਾਨੂੰ ਡਰਾਇਆ ਜਾਂਦਾ। ਚਲੋ ਠੀਕ ਹੈ, ਸਿਕੰਦਰ ਸਿੰਘ ਮਲੂਕਾ ਸਾਹਿਬ ਵੀ ਮੌਜੂਦ ਨੇ। ਮਲੂਕਾ ਸਾਹਿਬ, ਤੁਹਾਡੀ ਵੀ ਸਰਕਾਰ ਰਹੀ ਹੈ, ਜੇ ਮੈਂ ਗਲਤ ਨਹੀਂ ਹੈ ਤਾਂ ਤੁਹਾਡੀ ਸਰਕਾਰ ਵੇਲੇ ਵੀ 10 ਜੂਨ ਡੇਟ ਹੈ ਜਿਹੜੀ ਤਰੀਕ ਹੈ ਜਿਹੜੀ ਉਹ ਤੈਅ ਕੀਤੀ ਗਈ ਸੀ ਝੋਨਾ ਲਾਉਣ ਦੇ ਲਈ। ਹੁਣ ਉਹ ਦਿਨ ਜਿਹੜੇ 10 ਦਿਨ ਵਧਾ ਦਿੱਤੇ ਗਏ ਨੇ ਔਰ ਪਾਵਰਕੌਮ ਇਹ ਕਹਿ ਰਿਹਾ ਕਿ ਬਿਜਲੀ ਦੀ ਕੋਈ ਪ੍ਰੋਬਲਮ ਨਹੀਂ ਹੈ, ਬਿਜਲੀ ਸਾਡੇ ਕੋਲ ਆਮੋ ਆਮ ਹੈਗੀ ਹੈ, ਪਰ ਦਿੱਕਤ ਇਹ ਹੈ ਕਿ ਪਾਣੀ ਬਚਾਉਣ ਦੇ ਲਈ ਸਾਨੂੰ ਉਪਰਾਲਾ ਕਰਨਾ ਪੈਣਾ। ਦੇਖੋ, ਮੈਂ ਕਹਿੰਦਾ ਵੀ ਸਾਡੀ ਜਿਹੜੀ 10 ਜੂਨ ਕੀਤੀ ਸੀ ਆਪਾਂ ਸਾਰੀ, ਉਹ ਸਾਰੀਆਂ ਕਿਸਾਨ ਜਥੇਬੰਦੀਆਂ ਨਾਲ ਰਲ ਕੇ ਕੀਤੀ ਸੀਗੀ, ਉਹਨਾਂ ਦੀ ਸਹਿਮਤੀ ਨਾਲ ਕੀਤੀ ਸੀ। ਮੈਂ ਹੈਰਾਨ ਹੈ ਕਿ ਕਿਸਾਨ ਤੇ ਹੀ ਸਾਰੀਆਂ ਗੱਲਾਂ ਦਾ ਡੰਡਾ ਕਿਉਂ ਚਲਾਇਆ ਜਾ ਰਿਹਾ। ਜੇ ਭਾਅ ਬੰਨਣੇ ਆ ਤਾਂ ਵੀ ਆਪਦੀ ਮਰਜ਼ੀ ਨਾਲ ਬੰਨਣੇ, ਕਿਸਾਨ ਨੂੰ ਪੁੱਛਿਆ ਨਹੀਂ ਜਾਂਦਾ। ਜਿਹੜੀਆਂ ਚੀਜ਼ਾਂ ਉਹ ਖਰੀਦਦਾ ਉਹ ਉਹਨਾਂ ਦੇ ਭਾਅ ਵੀ ਆਪਦੀ ਮਰਜ਼ੀ ਨਾਲ। ਜੇ ਕਿਸਾਨ ਖੇਤੀ ਕਰਨ ਦੇ ਉੱਤੇ ਵੀ ਡੰਡਾ ਖੜਕਾਤਾ ਕਿ ਤੁਸੀਂ ਸਾਡੀ ਮਰਜ਼ੀ ਨਾਲ ਝੋਨਾ ਬੀਜੋ, ਫਿਰ ਨਵੀਂ ਦਾ ਸ਼ਰਤ ਲਾਤੀ ਉੱਤੇ, ਇਹ ਉਹਨਾਂ ਦੇ ਵੱਸ ਦਾ ਰੋਗ ਨਹੀਂ। ਨਵੀਂ ਸੈਂਟਰ ਗਵਰਨਮੈਂਟ ਦੇ ਬੰਨਣੀ ਹੈ, ਨਵੀਂ ਵਾਲਾ ਕੰਮ ਹੈ ਜਿਹੜਾ ਸੈਂਟਰ ਗਵਰਨਮੈਂਟ ਦੇ ਹੱਥ ਹੈ। 18 ਤੋਂ 19 ਤੇ ਵੀ ਨਹੀਂ ਜਾਂਦਾ ਹੈਗਾ ਸੈਂਟਰ ਦਾ ਜਿਹੜਾ ਮਹਿਕਮਾ ਹੈ। ਕਿਸਾਨ ਉਦੋਂ ਫਿਰ ਮੰਡੀਆਂ 'ਚ ਰੁਲਦਾ। ਇਹਨਾਂ ਨੂੰ ਕੋਈ ਪਤਾ ਨਹੀਂ ਹੈਗਾ, ਜਿੰਨਾ ਲੇਟ ਕਰੀ ਜਾਣਗੇ ਉਨਾ ਹੀ ਝੋਨੇ ਦੇ ਵਿੱਚ ਉਦੋਂ ਠੰਡ ਆ ਜਾਊਗੀ, ਸੁੱਕੇਗੀ, ਨਵੀਂ ਨਹੀਂ ਸੂਤ ਆਏਗੀ, ਫਿਰ ਖਰੀਦ 'ਚ ਪ੍ਰੋਬਲਮ ਆਏਗੀ, ਸਰਕਾਰ ਨੂੰ ਵੀ ਪ੍ਰੋਬਲਮ ਆਉਣਗੀਆਂ। ਅਫਸਰਸ਼ਾਹੀ ਐਵੇਂ ਇਹਨਾਂ ਨੂੰ ਗੁੰਮਰਾਹ ਕਰੀ ਜਾਂਦੀ ਹੈ। ਇੱਕ ਪਾਸੇ ਕਹਿੰਦੇ ਆ ਸਾਡੇ ਕੋਲ ਬਿਜਲੀ ਬਹੁਤ ਹੈ, ਤੇ ਬਿਜਲੀ ਬਹੁਤ ਆ ਦੇ ਦਿਓ ਕਿਸਾਨ ਤਾਂ ਹਲੇ ਬਿਜਲੀ ਤੇ ਵੀ ਹੁਣ ਨਾਲ ਜਿਹੜਾ ਸਰਕਾਰ ਦਾ ਤਰਕ ਹੈ ਉਹਨੂੰ ਤੁਸੀਂ ਕਿਉਂ ਔਖੇ ਕਰ ਰਹੇ ਹੋ? ਪਾਣੀ ਲਗਾਤਾਰ ਉਹਦਾ ਵੀ ਬੌਣ ਜਾਵੜਦੇ ਆ, ਪਾਣੀ ਲਗਾਤਾਰ ਉਹਦਾ ਵੀ ਬੌਣ ਜਾਵੜਦੇ ਆ। ਮਲੂਕਾ ਸਾਹਿਬ, ਉਹ ਤਰਕ ਜਿਹੜਾ ਸਰਕਾਰ ਦੇ ਰਹੀ ਹੈ ਕਿ ਪਾਣੀ ਲਗਾਤਾਰ ਖਤਮ ਹੋ ਰਿਹਾ, ਇਸ ਲਈ ਉਪਰਾਲੇ ਕਰਨੇ ਪੈਣੇ। ਪਾਣੀ ਵੇਖੋ, ਮੈਂ ਉਦੋਂ ਵੀ ਕਿਹਾ ਸੀ ਕਿ ਕੱਲਾ ਇਹ ਕਿਸਾਨ ਦੇ ਸਿਰ ਨਾ ਪਾਓ, ਆਪਾਂ ਸਾਰੀ ਚੀਜ਼ ਕੱਲੇ ਕਿਸਾਨ ਦੇ ਦਾਲੇ ਲੈ ਕੇ ਹੋ ਗਏ ਆ। ਫਿਰ ਜਿਵੇਂ ਦੱਸ ਰਹੇ ਸੀ ਵੈਦਵਾਨ ਜੀ ਵੀ ਦੱਸ ਰਹੇ ਸੀ, ਦੂਜੇ ਵੀ ਸਾਰੇ ਰਾਜੇਵਾਲ ਸਾਹਿਬ ਵੀ ਦੱਸਦੇ ਆ ਵੀ ਫਿਰ ਬਾਸਮਤੀ ਦਾ ਰੇਟ ਵਧਾ ਦਿਓ, ਲੋਕੀ ਬਾਸਮਤੀ ਤੇ ਆ ਜਾਣਗੇ, ਮੱਕੀ ਦਾ ਸਹੀ ਰੇਟ ਦੇ ਦਿਓ, ਲੋਕੀ ਮੱਕੀ ਵੱਲ ਨੂੰ ਹੋ ਜਾਣਗੇ। ਹੋਰ ਜਿਨਸਾਂ ਕੁਝ ਕਾਰਨ ਤਾਂ ਸਹੀ, ਇਹ ਤਾਂ ਨਹੀਂ ਵੀ ਕਿਸਾਨ ਨੂੰ ਮਰਜ਼ੀ ਨਾਲ ਅਸੀਂ ਫਸਲ ਬਚਾਉਣੀ ਹੈ। ਛੋਟੇ ਛੋਟੇ ਕਿਸਾਨ ਹੈ, ਬੜੇ ਹੈਰਾਨੀ ਹੁੰਦੀ ਹੈ, ਉਹਨਾਂ ਕੋਲ ਉਹੀ ਪਨੀਰੀ ਹੁੰਦੀ ਹੈ, ਇਹ ਜਾ ਕੇ ਡਾਂਗ ਨਾਲ ਵਾਹ ਕੇ ਆਉਂਦੇ ਨੇ। ਜੇ ਕਿਸਾਨ ਨੇ ਢਿੱਡ ਭਰਿਆ ਦੇਸ਼ ਦਾ, ਇਹ ਤਾਂ ਨਹੀਂ ਵੀ ਹੁਣ ਉਹਨੂੰ ਤੁਸੀਂ ਫਸਲ ਵੀ ਨਾ ਟਾਈਮ ਤੇ ਬੀਜਣ ਦਿਓ। ਸਭ ਤੋਂ ਬੈਟਰ ਕਿਸਾਨ ਨੂੰ ਪਤਾ ਹੈ ਕਿ ਕਿਹੜਾ ਸਮਾਂ ਠੀਕ ਹੈ। ਮੈਂ ਬਿਜਲੀ ਬੋਰਡ ਦੇ ਚੇਅਰਮੈਨ ਸਾਹਿਬ ਨਵੇਂ ਬਣੇ ਨੇ, ਮੈਂ ਉਹਨਾਂ ਨੂੰ ਵਧਾਈ ਵੀ ਦਿੰਦਾ। ਇੱਕ ਪਹਿਲੀ ਵਾਰ ਹੈ ਕਿ ਕਿਸਾਨ ਦਾ ਪੁੱਤ ਛੋਟੇ ਦਾ ਇੱਥੋਂ ਤੱਕ ਪਹੁੰਚਿਆ। ਪਰ ਇਹ ਗੱਲ ਗਲਤ ਕਹਿ ਰਹੇ ਨੇ ਕਿ ਬਿਜਲੀ ਸਾਡੇ ਕੋਲੇ ਬਹੁਤ ਹੈ। ਜੇ ਬਿਜਲੀ ਬਹੁਤ ਹੈ ਫਿਰ ਦੇ ਦਿਓ ਕਿਸਾਨਾਂ ਨੂੰ 10 ਘੰਟੇ ਬਿਜਲੀ। ਆ 30 ਜੂਨ ਤਾਈਂ 10 ਘੰਟੇ ਦੇ ਦਿਓ, ਫਿਰ ਭਾਵੇਂ ਥੋੜੀ ਬਹੁਤੀ ਘੱਟ ਕਰ ਲਿਓ। ਚਲੋ ਮਲੂਕਾ ਸਾਹਿਬ, ਇੱਕ ਹੋਰ ਗੱਲ ਦੱਸੋ। ਸੋ ਇਸ ਕਰਕੇ ਮੈਂ ਕਹਿਣਾ ਕਿ ਜਦੋਂ ਤੁਹਾਡੀ ਸਰਕਾਰ ਸੀ ਉਦੋਂ ਕਿਹਾ ਜਾਂਦਾ ਸੀਗਾ ਕਿ ਸਰਪਲਸ ਸੂਬਾ ਹੈਗਾ ਬਿਜਲੀ ਦਾ। ਹੁਣ ਮੈਨੂੰ ਇਹ ਦੋਵੇਂ ਚੀਜ਼ਾਂ ਦੱਸੋ, ਜਾਂ ਤਾਂ ਸੂਬਾ ਸਰਪਲਸ ਨਹੀਂ ਰਿਹਾ ਤਾਂ ਬਿਜਲੀ ਟਾਈਮ ਸਿਰ ਨਹੀਂ ਦਿੱਤੀ ਜਾ ਰਹੀ, ਜਾਂ ਫਿਰ ਵਾਕਈ ਸਰਕਾਰ ਪਾਣੀ ਦੇ ਪ੍ਰਤੀ ਗੰਭੀਰ ਹੈ। ਦੇਖੋ, ਮੇਰੇ ਕਹਿਣ ਦੀ ਗੱਲ ਛੱਡ ਦਿਓ। ਸਰਕਾਰ ਬਣੀ ਦੇ ਥੋੜੇ ਦਿਨਾਂ ਬਾਅਦ ਹੀ ਮੁੱਖ ਮੰਤਰੀ ਜੀ, ਖਜ਼ਾਨਾ ਮੰਤਰੀ ਜੀ ਬੰਬੇ ਗਏ ਸਨ ਇੰਡਸਟਰੀ ਵਾਲਿਆਂ ਨਾਲ ਮੀਟਿੰਗਾਂ ਕਰਨ। ਉੱਥੇ ਖੁਦ ਮੁੱਖ ਮੰਤਰੀ ਜੀ ਨੇ ਕਿਹਾ ਸੀ ਕਿ ਸਾਡੇ ਆਓ, ਸਾਡਾ ਰੋਡ ਨੈਟਵਰਕ ਵੀ ਬਹੁਤ ਵਧੀਆ ਹੈ, ਸਾਡਾ ਜਿਹੜਾ ਬਿਜਲੀ ਦਾ ਸਿਸਟਮ ਉਹ ਵੀ ਸਰਪਲਸ ਸਟੇਟ ਆ ਬਿਜਲੀ ਦੀ। ਉਹ ਤਾਂ ਮੁੱਖ ਮੰਤਰੀ ਜੀ ਦਾ ਬਿਆਨ ਆ, ਸਾਡੀ ਤਾਂ ਗੱਲ ਹੀ ਛੱਡ ਦਿਓ ਤੁਸੀਂ। ਅਸੀਂ ਤਾਂ ਇੱਕ ਥਾਪੜ ਕੇ ਕਹਿੰਦੇ ਰਹੇ ਆ, ਤੁਸੀਂ ਪੰਜਾਬ ਦੇ ਲੋਕਾਂ ਨੂੰ ਪੁੱਛ ਲਓ। ਜੇ 9-10 ਸਾਲ ਕੋਈ ਬਿਜਲੀ 'ਚ ਕਿਤੇ ਕੱਟ ਲੱਗਿਆ ਹੋਵੇ, ਜਿੰਨੀ ਮੰਗੀ ਸੀ ਉਨੀ ਬਿਜਲੀ ਵੀ ਕਿਸਾਨਾਂ ਨੂੰ ਦਿੱਤੀ ਹੈ, ਪਿੰਡਾਂ 'ਚ ਵੀ ਕਦੇ ਕੱਟ ਨਹੀਂ ਲਾਇਆ। ਹੁਣ ਕੱਟ ਵੀ ਲੱਗੀ ਜਾਂਦੇ ਨੇ ਤੇ ਨਾਲ ਦੀ ਨਾਲ ਬਿਜਲੀ ਕਿਸਾਨ ਮੰਗਦਾ, ਕਿਸਾਨ ਨੂੰ ਵੀ ਦੇਣ ਨੂੰ ਤਿਆਰ ਨਹੀਂ। ਸੋ ਜਾਂ ਤਾਂ ਇਹਨਾਂ ਦੀ ਕਿਤੇ ਨਾ ਕਿਤੇ ਮਿਸਮੈਨੇਜਮੈਂਟ ਹੈ, ਜਾਂ ਇਹ ਜਾਣ ਕੇ ਨਹੀਂ ਦੇਣਾ ਚਾਹੁੰਦੇ। ਬਿਜਲੀ ਬਾਹਰ ਮਹਿੰਗੀ ਵਿਕ ਰਹੀ ਹੈ ਇਸ ਵੇਲੇ, ਵੇਚਣਾ ਚਾਹੁੰਦੇ ਨੇ, ਕਿਸਾਨ ਦਾ ਬਹਾਨਾ ਬਣਾ ਕੇ ਬਿਜਲੀ ਬਾਹਰ ਸੂਬਿਆਂ ਨੂੰ ਵੇਚ ਰਹੇ ਨੇ, ਕਿਸਾਨ ਦਾ ਬਹਾਨਾ ਬਣਾ ਕੇ ਜਾਣ ਕੇ। ਠੀਕ ਹੈ, ਮਰਖੌਰ ਸਾਹਿਬ ਕੋਲ ਵੀ ਆਣਾ, ਪਹਿਲਾਂ ਸੰਘੇੜਾ ਸਾਹਿਬ ਤੋਂ ਇੱਕ ਰਿਐਕਸ਼ਨ ਲੈ ਲਾਂ ਫਿਰ। ਠੀਕ ਹੈ, ਮੈਂ ਆਣਾ ਤੁਹਾਡੇ ਕੋਲ। ਸੰਘੇੜਾ ਸਾਹਿਬ, ਦੋਵੇਂ ਪ੍ਰਸਥਿਤੀਆਂ ਤੁਹਾਡੇ ਸਾਹਮਣੇ ਨੇ। ਸਰਕਾਰ ਜੇਕਰ ਪਾਣੀ ਪ੍ਰਤੀ ਗੰਭੀਰ ਹੈ, ਇਸੇ ਕਰਕੇ ਲੇਟ ਸਪਲਾਈ ਦੀ ਗੱਲ ਕਰ ਰਹੀ ਹੈ। ਜੇਕਰ ਬਿਜਲੀ ਦੀ ਘਾਟ ਹੈ ਤਾਂ ਹੋ ਸਕਦਾ ਕਿ ਪਾਣੀ ਦਾ ਬਹਾਨਾ ਕਰਕੇ ਲੇਟ ਸਪਲਾਈ ਦੀ ਗੱਲ ਕਰ ਰਹੀ ਹੈ।
ਪਾਣੀ ਪ੍ਰਤੀ ਗੰਭੀਰ ਹੋਣਾ ਕੋਈ ਮਾੜੀ ਗੱਲ ਨਹੀਂ ਹੈ, ਪਰ ਇਸ ਕੇਸ ਦੇ ਵਿੱਚ ਕੋਈ ਰੈਲੇਵੈਂਸ ਬਣਦੀ ਨਹੀਂ ਹੈਗੀ। ਪਹਿਲੀ ਗੱਲ ਤਾਂ ਹਰਪ੍ਰੀਤ ਜੀ, ਮੈਂ ਇਹ ਗੱਲ ਕਲੀਅਰ ਕਰਨੀ ਚਾਹੁੰਦਾ ਹਾਂ, ਮੈਜੋਰਿਟੀ ਪੰਜਾਬ 'ਚ ਅਸੀਂ ਸਾਡੀ ਵੀ ਖੇਤੀਬਾੜੀ ਹੈ ਜੀ, ਜਿਹੜਾ ਝੋਨਾ ਲਗਾਉਣਾ ਆ ਉਹ ਇੱਕ ਦਿਨ ਦਾ ਪ੍ਰੋਸੈਸ ਨਹੀਂ ਹੈ, ਸੀਜ਼ਨ ਦਾ ਪ੍ਰੋਸੈਸ ਹੈ। ਪਹਿਲਾਂ ਪਨੀਰੀ ਲੱਗਣੀ ਆ, ਫਿਰ ਉਹਦੇ ਵਿੱਚ ਉਸ ਤੋਂ ਬਾਅਦ ਉਹਦੀ ਟਰਾਂਸਪਲਾਂਟਿੰਗ ਹੋਣੀ ਹੈ, ਤੇ ਉਹਦੇ ਵਿੱਚ ਵੀ ਇੱਕ ਪੀਰੀਅਡ, ਇੱਕ ਜਿਹੜਾ ਵਿੰਡੋ ਹੈ, ਇੱਕ 8-10 ਦਿਨ ਦੀ, 15 ਦਿਨ ਦੀ, ਜਿਹਦੇ ਵਿੱਚ ਲੇਬਰ ਜਿਹੜੀ ਕਿੱਥੋਂ ਮਿਲਦੀ ਹੈ। ਕੋਈ ਕੰਪਿਊਟਰ ਦਾ ਬਟਨ ਨਹੀਂ ਨੱਪਣਾ ਹੈਗਾ ਵੀ ਇੰਨਾ, ਇੱਕ ਬਟਨ ਨੱਪਤਾ ਤਾਂ 5 ਏਕੜ ਲੱਗ ਗਿਆ, 2 ਬਟਨ ਨੱਪਤੇ ਤਾਂ 10 ਏਕੜ ਲੱਗ ਗਏ। ਉਹ ਉਸੇ ਲੇਬਰ ਨੇ ਸ਼ਿਫਟ ਹੋਣਾ ਹੈ। ਲੇਬਰ ਜਿਹੜੀ ਆ ਉਹ ਵੀ ਜਿੰਨੀ ਕੁ ਆਉਂਦੀ ਆ ਪਤਾ ਹੈ ਸਾਰਿਆਂ ਨੂੰ, ਪਰ ਉਹਨਾਂ ਨੇ ਵੀ ਉਹ ਸਾਰੇ ਸੀਜ਼ਨ 'ਚ ਗੈਪ ਰਹਿਣਾ ਹੁੰਦਾ। ਜੇ 20 ਜੂਨ ਤੋਂ ਸ਼ੁਰੂ ਕਰਕੇ ਝੋਨਾ ਲੱਗ ਹੀ ਨਹੀਂ ਸਕਦਾ ਪੂਰਾ ਸਾਰਾ, ਜਿੰਨਾ ਵੀ ਜੋ ਪੰਜਾਬ 'ਚ ਇਸ ਵੇਲੇ ਕਲਟੀਵੇਸ਼ਨ ਹੋ ਰਹੀ ਹੈ। ਔਰ ਦੂਸਰੀ ਗੱਲ ਇਹ ਜਿਹੜੀ ਪਹਿਲਾਂ ਵੀ ਇੱਥੇ ਕਹੀ ਗਈ, ਮੈਂ ਥੋੜੀ ਹੋਰ ਕਲੀਅਰ ਕੱਟ ਦੱਸ ਦਿੰਦਾ ਆ। ਸਤੰਬਰ ਦੇ ਵਿੱਚ ਹੀ ਜਿਹੜੀ ਮੌਸਮ ਦੀ ਤਪਸ਼ ਜਿਹੜੀ ਹੈ ਨਾ, ਉਹ ਠੰਡੀ ਹੋਣੀ ਸ਼ੁਰੂ ਹੋ ਜਾਂਦੀ ਹੈ। ਕੱਲਾ ਇਹੀ ਨਹੀਂ ਹੈ ਵੀ ਹਰਾ ਦਾਣਾ ਰਹਿ ਜਾਏਗਾ, ਦੂਜੇ ਦਾਣੇ ਦਾ ਸਾਈਜ਼ ਵੀ ਜਿਹੜਾ ਹੈ ਉਸ ਹਿਸਾਬ ਨਾਲ ਜਦੋਂ ਫਿਰ ਸੁੱਕਦਾ ਆ ਉਹਦਾ ਸੁੰਗੜ ਜਾਂਦਾ ਆ। ਦਾਣੇ ਵਾਸਤੇ ਇਹ ਠੀਕ ਨਹੀਂ ਹੈ ਜ਼ਿਆਦਾ ਡਿਲੇ ਕਰਨਾ। ਉਹਨਾਂ ਦਿਨਾਂ 'ਚ ਫਿਰ ਜਦੋਂ ਝੋਨਾ ਕੱਟਦੇ ਆ, ਤਰੇਲ ਵੀ ਜ਼ਿਆਦਾ ਪੈਣੀ ਸ਼ੁਰੂ ਹੋ ਜਾਂਦੀ ਹੈ। ਰਾਤ ਨੂੰ ਫਿਰ ਡਿਪਟੀ ਕਮਿਸ਼ਨਰ ਝੋਨੇ ਦੀ ਕਟਾਈ ਬੰਦ ਕਰ ਦਿੰਦੇ ਆ। ਉਹ ਸਾਰੀਆਂ ਹੀ ਪ੍ਰੋਬਲਮ ਜ਼ਿਆਦਾ ਡਿਲੇ ਕਰਨ ਨਾਲ ਵੱਧਦੀਆਂ ਆ। ਪਹਿਲਾਂ ਜਦੋਂ 10 ਜੂਨ ਨੂੰ ਕੀਤੀ ਸੀਗੀ, 10 ਜੂਨ ਦੇ ਵਿੱਚ ਕਈ ਸਾਲ ਚੱਲਦਾ ਰਿਹਾ, ਔਰ ਉਹ ਬੈਸਟ ਟਾਈਮ ਸੀਗਾ 10 ਜੂਨ ਤੋਂ ਲਾਉਣ ਦਾ। ਉਹਦੇ ਨਾਲ ਪਾਣੀ ਦੀ ਬੱਚਤ ਦੀਆਂ ਵੀ ਰਿਪੋਰਟਾਂ ਆਈਆਂ ਸੀਗੀਆਂ, ਔਰ ਸਾਰਾ ਸਿਸਟਮ ਠੀਕ ਚੱਲ ਪਿਆ ਸੀਗਾ। ਨਾਲੇ ਜੇ ਪਾਣੀ ਬਚਾਉਣਾ ਤਾਂ ਉਹਦੇ ਸਾਧਨ ਇਹ ਨਹੀਂ ਹੈ ਕਿ ਤੁਸੀਂ ਮਤਲਬ ਕੱਲ ਨੂੰ ਕਹਿਣਗੇ ਮੌਨਸੂਨ ਲੇਟ ਹੋ ਗਈ ਜੀ, 10 ਦਿਨ ਹੋਰ ਲੇਟ ਲਾਓ। ਇਹ ਇਸ ਤਰ੍ਹਾਂ ਨਹੀਂ ਗੱਲ ਬਣਨੀ। ਪਾਣੀ ਬਚਾਉਣ ਦੇ ਸਾਧਨ ਹੈਗੇ, ਡਾਇਵਰਸਿਫਿਕੇਸ਼ਨ ਕਰੋ। ਤੁਸੀਂ ਕਿਸਾਨਾਂ ਨੂੰ ਮੱਕੀ ਦਾ ਭਾਅ ਦਿਓ, ਤੁਸੀਂ ਬਾਸਮਤੀ ਦਾ ਭਾਅ ਦਿਓ, ਡਾਇਵਰਸਿਫਿਕੇਸ਼ਨ ਦੇ ਵੀ ਆਪਣੇ ਤਰੀਕੇ ਆ। ਸੋ ਝੋਨੇ ਨੂੰ ਡਿਲੇ ਕਰਨਾ ਬਿਲਕੁਲ ਨਹੀਂ ਠੀਕ ਹੈਗਾ। ਇਹ ਇਹਨਾਂ ਦੀ ਕਿਤੇ ਨਾ ਕਿਤੇ ਮੈਨੇਜਮੈਂਟ ਨਹੀਂ ਹੈਗੀ, ਟੋਟਲ ਮਿਸਮੈਨੇਜਮੈਂਟ ਹੈ ਸਰਕਾਰ ਦੀ। ਸਰਕਾਰ ਲੈਫਟ ਹੈਂਡ ਡਜ਼ਨਟ ਨੋ ਬਟ ਰਾਈਟ ਹੈਂਡ ਇਜ਼ ਡੂਇੰਗ। ਇਹਨਾਂ ਕੋਲ ਸਾਂਭਿਆ ਨਹੀਂ ਜਾਂਦਾ, ਸੰਭਾਲਿਆ ਨਹੀਂ ਜਾਂਦਾ। ਬਿਜਲੀ ਇਹਨਾਂ ਕੋਲ ਹੈ ਨਹੀਂ ਗੀ, ਬਹਾਨੇ ਨਾਲ ਇਹ ਸਾਰਾ ਕੁਝ ਜਿਹੜਾ ਠੀਕ ਰਿਹਾ ਕਿਸਾਨਾਂ ਦੇ ਸਿਰ ਪਰ। ਰਠੌੜ ਸਾਹਿਬ, 3 ਚੀਜ਼ਾਂ ਨੇ, ਜਾਂ ਤਾਂ ਬਿਜਲੀ ਹੈ ਨਹੀਂ, ਇਹ ਬਹਾਨਾ ਕੀਤਾ ਜਾ ਰਿਹਾ, ਜਾਂ ਤੁਸੀਂ ਸੁਹਿਰਦ ਹੋ ਪਾਣੀ ਬਚਾਉਣ ਦੇ ਲਈ। ਜੇ ਪਾਣੀ ਬਚਾਉਣ ਦੇ ਲਈ ਸੁਹਿਰਦ ਹੋ ਤਾਂ ਕਿਸਾਨ ਲਈ ਕਿਉਂ ਨਹੀਂ ਹੋ? ਕਿਸਾਨ ਨੂੰ ਤੁਸੀਂ ਲੇਟ ਬਿਜਲੀ ਦੋਗੇ, ਝੋਨਾ ਲੇਟ ਬੀਜਾ ਜਾਏਗਾ, ਸੁੱਕੇਗਾ ਲੇਟ, ਨਮੀ ਜ਼ਿਆਦਾ ਰਹਿ ਜਾਏਗੀ। ਕੇਂਦਰ ਸਰਕਾਰ ਨਮੀ ਵਾਲੀ ਫਸਲ ਖਰੀਦੇ ਨਹੀਂ, ਕਿਸਾਨ ਦੋਵੇਂ ਪਾਸੋਂ ਮਾਰਿਆ ਗਿਆ। ਤੁਸੀਂ ਫਸਲ ਲੇਟ ਕਰਤੀ, ਲੇਟ ਹੋਣ ਕਰਕੇ ਨਮੀ ਰਹਿ ਗਈ ਤਾਂ ਕਿਸਾਨ ਦੀ ਫਸਲ ਨਹੀਂ ਗਈ। ਹਰਪ੍ਰੀਤ ਜੀ, ਜਿਹੜੀ ਪਹਿਲੀ ਗੱਲ ਦਾ ਜਵਾਬ ਤੁਹਾਨੂੰ ਮੈਂ ਦੇ ਦਵਾਂ ਕਿ ਬਿਜਲੀ ਦੀ ਕੋਈ ਕਮੀ ਨਹੀਂ ਹੈਗੀ। 20 ਤਰੀਕ ਤੋਂ ਲਗਾਤਾਰ ਬਿਜਲੀ ਆਏਗੀ, ਔਰ ਜਿੰਨੀ ਸਪਲਾਈ ਚੱਲਦੀ ਹੈ, ਜਿੰਨੀ ਲੋੜਵੰਦ ਹੈ ਝੋਨੇ ਦੀ ਫਸਲ ਦੇ ਲਈ, ਉਨੀ ਮਿਲੇਗੀ। 20 ਤੋਂ ਹੀ ਕਿਉਂ, 10 ਤੋਂ ਕਿਉਂ ਨਹੀਂ? ਜਿਹੜੀ 20 ਤੋਂ, ਕਿਉਂਕਿ ਹੁਣ ਟਾਈਮ ਦਿੱਤਾ ਗਿਆ ਕ੍ਰਿਸ਼ੀ ਦੇ ਮਾਹਰਾਂ ਨੇ, ਜਿਹੜੇ ਖੇਤੀ ਦੇ ਮਾਹਰ ਹੈ। ਹੁਣ ਆਪਾਂ ਗੱਲ ਮੰਨ ਲੈਂਦੇ ਆ ਵੀ ਕਿਸਾਨਾਂ ਨਾਲੋਂ ਵੱਧ ਵੀ ਕੋਈ ਮਾਹਰ ਹੁੰਦਾ। ਦੇਖੋ ਗੱਲ ਇਹ ਹੈ, ਕਿਸਾਨਾਂ ਨਾਲੋਂ ਵੱਧ ਵੀ ਮਾਹਰ ਹੁੰਦੇ ਆ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਅੱਜ ਅਗਰ ਉਹ ਹਰਿਤ ਕ੍ਰਾਂਤੀ ਪੰਜਾਬ ਦੇ ਅੰਦਰ ਆਈ ਹੈ, ਪੰਜਾਬ ਐਗਰੀਕਲਚਰ 'ਚ ਨੰਬਰ 1 ਸੂਬਾ ਬਣਿਆ ਹੋਇਆ, ਤਾਂ ਇਹਦੇ ਵਿੱਚ ਮਾਹਿਰਾਂ ਦਾ ਬਹੁਤ ਬੜਾ ਯੋਗਦਾਨ ਹੈ। ਐਗਰੀਕਲਚਰ ਜਿਹੜੇ ਕਿਸਾਨ ਨੇ ਉਹ ਯੂਨੀਵਰਸਿਟੀਆਂ 'ਚ ਜਾ ਕੇ ਬੀਜ ਸਾਰੀ ਜਾਣਕਾਰੀ ਲੈਂਦੇ ਨੇ। ਮਾਹਰ ਇਹ ਨਹੀਂ ਦੱਸਦੇ ਕਿ ਝੋਨਾ ਜਦੋਂ ਲੇਟ ਲਾਵਾਂਗੇ ਤਾਂ ਸੁੱਕੇਗਾ ਨਹੀਂ, ਨਮੀ ਰਹਿ ਜਾਏਗੀ। ਦੇਖੋ ਜਿਹੜੀ ਇਹ ਰਿਪੋਰਟ ਹੈਗੀ ਹੈ, ਇਹ ਮਾਹਿਰਾਂ ਨੇ ਦਿੱਤੀ ਹੈ, ਇਹ ਮਾਹਿਰਾਂ ਨੇ ਦਿੱਤੀ ਹੈ। ਔਰ ਹੋ ਸਕਦਾ ਹੈ ਵੀ ਕੋਈ ਨਮੀ ਦੀ ਮਾਤਰਾ ਦੇ ਅੰਦਰ ਕੋਈ ਦਿੱਕਤ ਜ਼ਰੂਰ ਆ ਸਕਦੀ ਹੈ, ਲੇਕਿਨ ਉਹ ਵੀ ਮੌਸਮ ਦੇ ਉੱਤੇ ਡਿਪੈਂਡ ਕਰਦਾ ਹੈ। ਔਰ ਦੂਜੀ ਗੱਲ ਜਿਹੜੀ ਪਾਣੀ ਦੀ ਹੈ, ਬਿਲਕੁਲ ਆਪਾਂ ਸੀਰੀਅਸ ਹੈ ਪਾਣੀ ਪ੍ਰਤੀ। ਇਹ ਤਾਂ ਹੁਣ ਤਾਂ ਵੀ ਝੋਨਾ ਲਾਣਾ ਜੀ, ਇਹ ਮਾਨਸੂਨ ਅਗੇਤਾ ਐਤਕੀ। ਅਦਰਵਾਈਜ਼ ਤੁਸੀਂ ਦੇਖੋ 25 ਜੂਨ ਦੇ ਏੜੇ ਗੇੜੇ ਜਾ ਕੇ ਮਾਨਸੂਨ ਆਂਦਾ ਹੈ। ਇਹਦੇ 'ਚ ਸਰਕਾਰ ਦੀ ਮਨਸ਼ਾ ਬਿਲਕੁਲ ਸਾਫ਼ ਹੈ, ਬਿਜਲੀ ਦੀ ਕੋਈ ਕਮੀ ਨਹੀਂ ਹੈ। ਸਿਰਫ ਜਿਹੜਾ ਤਾਕੀਦ ਕੀਤੀ ਗਈ ਹੈ ਮਾਹਿਰਾਂ ਵਰਗੋਂ, ਉਹਨੂੰ ਅਪਣਾਉਂਦੇ ਹੋਏ ਅਸੀਂ 20 ਤਰੀਕ ਤੋਂ ਲਗਾਤਾਰ ਬਿਜਲੀ ਦੇਵਾਂਗੇ। ਔਰ ਜਿਹੜੀ ਗੱਲ MSP ਦੀ ਬਾਰ-ਬਾਰ ਆਉਂਦੀ ਹੈ, ਇਹ ਕੇਂਦਰ ਸਰਕਾਰ ਦਾ ਕੰਮ ਹੈ। ਅਗਰ ਕਿਸੇ ਵੀ ਡਾਇਵਰਸਿਫਿਕੇਸ਼ਨ ਆਪਾਂ ਕਰਨਾ ਚਾਹੁੰਦੇ ਫਸਲਾਂ ਦੀ, ਉਹ ਵੀ ਕਰਨਾ ਚਾਹੁੰਦੇ, ਅਗਰ ਮੱਕਾ ਹੈ ਕੋਈ ਵੀ, ਜਿਸ ਤਰ੍ਹਾਂ ਸੰਘੇੜਾ ਸਾਹਿਬ ਨੇ ਕਿਹਾ, ਇਹ ਕੇਂਦਰ ਸਰਕਾਰ ਨੇ ਤੈਅ ਕਰਨਾ ਹੈ। ਇਹਨਾਂ ਦੀ ਭਾਈਵਾਲ ਪਾਰਟੀ ਹੈ, ਇਹਨਾਂ ਨੂੰ ਬਿਲਕੁਲ ਉਹਨਾਂ ਨੂੰ ਕਹਿਣਾ ਚਾਹੀਦਾ। ਰਠੌੜ ਸਾਹਿਬ, ਗੱਲ ਤਾਂ ਇਹ ਹੈ ਕਿ ਬਿਜਲੀ ਲੇਟ ਤੁਸੀਂ ਦੇ ਰਹੇ ਹੋ ਇਹਨਾਂ ਨੂੰ, ਫਸਲ ਇਹਨਾਂ ਦੀ ਪੱਕੇਗੀ ਨਹੀਂ, ਔਰ ਸਰਕਾਰ, ਕੇਂਦਰ ਦੀ ਸਰਕਾਰ ਖਰੀਦੇਗੀ ਨਹੀਂ। ਫਿਰ ਅਸਲ ਦੋਸ਼ੀ ਕੌਣ ਹੋਇਆ? ਕਿਸਾਨ, ਕੇਂਦਰ ਸਰਕਾਰ ਜਾਂ ਤੁਸੀਂ? ਦੇਖੋ ਇਹਦੇ 'ਚ ਦੋਸ਼ ਕਿਸੇ ਦਾ ਨਹੀਂ। ਮੈਂ ਜਿਹੜੀ ਗੱਲ ਤੁਹਾਨੂੰ ਕਹਿਣ ਲੱਗਿਆ, ਇਹ ਜਿਹੜੀ ਮਾੜੀ ਮੋਟੀ ਆਪਾਂ ਕਹਿੰਦੇ ਨੇ ਨਮੀ ਦੀ ਮਾਤਰਾ, ਉਹ ਮੌਸਮ ਤੇ ਡਿਪੈਂਡ ਕਰਦਾ ਹੈ। ਉਹ ਮੌਸਮ ਤੇ ਡਿਪੈਂਡ ਕਰਦਾ ਹੈ। ਕ੍ਰਿਸ਼ੀ ਮਾਹਰਾਂ ਨੇ ਸਾਰਾ ਸਰਵੇ ਕਰਕੇ ਹੀ ਰਿਪੋਰਟ ਦਿੱਤੀ ਹੈ। ਚਲੋ ਇੱਕ ਮਿੰਟ ਪਹਿਲਾਂ ਵੀ ਹੈ, ਮੈਂ ਵੀ ਜ਼ਿੰਮੇਦਾਰ ਹਾਂ, ਅਸੀਂ 25 ਦਿਨ ਤੋਂ ਬਾਅਦ ਵੀ ਲਾਉਂਦੇ ਹੁੰਦੇ ਜੀ। ਜੋਗਿੰਦਰ ਸਿੰਘ ਜੀ, ਜਿਹੜੀ ਗੱਲ ਉਦੈ ਸਿੰਘ ਰਾਠੌੜ ਸਾਹਿਬ ਨੇ ਕੀਤੀ ਹੈ, ਕਾਂਗਰਸ ਦੇ ਬੁਲਾਰੇ ਨੇ, ਉਹ ਕਹਿ ਰਹੇ ਨੇ
ਕਿ ਇਹ ਜਿਹੜੀ ਰਿਪੋਰਟ ਦਿੱਤੀ ਹੈ ਇਹ ਖੇਤੀ ਮਾਹਰਾਂ ਨੇ ਦਿੱਤੀ ਹੈ ਕਿ ਤੁਸੀਂ 20 ਜੂਨ ਤੋਂ ਝੋਨਾ ਲਾ ਸਕਦੇ ਹੋ ਔਰ ਫਸਲ ਫਸਟ ਕਲਾਸ ਰਹੇਗੀ, ਜਿਹੜੀ ਥੋੜੀ ਬਹੁਤੀ ਨਮੀ ਹੈ ਉਹ ਵੀ ਮੌਸਮ ਤੇ ਡਿਪੈਂਡ ਕਰਦੀ ਹੈ, ਤੇ 10 ਦਿਨ ਆਪਾਂ ਸਬਰ ਕਿਉਂ ਨਹੀਂ ਕਰ ਲੈਂਦੇ ਫਿਰ? ਇਹ ਜਿਹੜੇ ਖੇਤੀ ਮਾਹਰ ਨੇ ਏਸੀ ਰੂਮਾਂ 'ਚ ਬੈਠ ਕੇ ਫੈਸਲੇ ਕਰਦੇ ਨੇ। ਖੇਤੀ ਮਾਹਰ ਕਿਸਾਨਾਂ ਨਾਲੋਂ ਬਾਹਰ ਨਹੀਂ ਹੋ ਸਕਦੇ, ਕਿਉਂਕਿ ਅਸੀਂ ਖੇਤਾਂ ਦੇ ਵਿੱਚ ਕੰਮ ਕਰਦੇ ਹਾਂ, ਹਰ ਵੇਲੇ ਖੇਤਾਂ ਦੇ ਵਿੱਚ ਰਹਿੰਦੇ ਹਾਂ, ਸਾਨੂੰ ਇਹਨਾਂ ਗੱਲਾਂ ਦਾ ਪਤਾ ਹੈ। ਖੇਤੀ ਮਾਹਰਾਂ ਨੇ ਕਦੇ ਐ ਨਹੀਂ ਸੋਚਿਆ ਵੀ ਪੰਜਾਬ ਦੇ ਵਿੱਚ 75% ਹਿੱਸਾ ਕਿਸਾਨਾਂ ਦਾ ਉਹ ਹੈ ਜਿਨ੍ਹਾਂ ਨੇ 55,000 60,000 65,000 ਰੁਪਏ ਨੂੰ ਕਿੱਲਾ ਜ਼ਮੀਨ ਠੇਕੇ ਤੇ ਲਈ ਹੈ। ਜੇ ਉਹਨਾਂ ਦਾ 4 ਕੁਆਂਟਲ ਝਾੜ ਘਟਦਾ, 3 ਕੁਆਂਟਲ ਝਾੜ ਘਟਦਾ, ਉਹਨਾਂ ਦੇ ਪਹਿਲੇ ਸੇ ਗਲ ਸਿਰ ਕਰ ਜਾਓ, ਸਾਰੇ ਦਾ ਸਾਰਾ ਪਰਿਵਾਰ ਖੁਦਕੁਸ਼ੀ ਵਾਲੇ ਪਾਸੇ ਨੂੰ ਜਾਂਦਾ ਹੈ। ਜਦੋਂ ਉਹਨਾਂ ਦੀ 3-3 ਕਿਲੋ ਕੱਟ ਲੱਗਦੇ ਆ, ਕੁਆਂਟਲ ਮਗਰ ਪਿੱਛੋਂ ਵਿਕਦੇ ਆ, ਪਿਛਲੇ ਸਾਲ ਰੂੜੀ ਹੈ ਇਹ, ਉਹਨਾਂ ਦੇ ਘਰੇ ਕਾਲਜੇ ਸੱਲ ਪੈਂਦੇ ਨੇ, ਰੋਂਦੇ ਨੇ ਉਹ। ਇਹਨਾਂ ਨੂੰ ਇਸ ਦਰਦ ਦਾ ਨਹੀਂ ਪਤਾ। ਇਸ ਕਰਕੇ ਸਾਨੂੰ ਪਤਾ, ਜੇ ਸਾਨੂੰ ਇਸ ਗੱਲ ਦਾ ਨਹੀਂ ਪਤਾ ਵੀ ਸਾਡੀ ਫਸਲ ਬੀਜਣ ਦਾ ਕਿਹੜਾ ਮੌਕਾ ਹੈ ਤੇ ਵੱਢਣ ਦਾ ਕਿਹੜਾ ਮੌਕਾ ਹੈ, ਇਹ ਸਾਨੂੰ ਖੇਤੀ ਮਾਹਰ ਦੱਸਣਗੇ ਸਾਨੂੰ ਵੀ ਫਸਲ ਬੀਜਣ ਦਾ ਕਿਹੜਾ ਮੌਕਾ ਹੈ। ਜਿਹੜੀ ਇਹਨਾਂ ਨੇ ਗੱਲ ਕੀਤੀ ਹੈ ਵੀ ਹਰੀ ਕ੍ਰਾਂਤੀ ਦੀ ਗੱਲ, ਹਰੀ ਕ੍ਰਾਂਤੀ ਤਾਂ ਸਾਨੂੰ ਖਾ ਗਈ। ਹਰੀ ਕ੍ਰਾਂਤੀ ਨੇ ਨਹੀਂ ਦੱਸਿਆ ਵੀ ਜਦੋਂ ਅਸੀਂ ਝੋਨਾ ਲਿਆਂਦਾ, ਇਹ ਹਰੀ ਕ੍ਰਾਂਤੀ ਨੇ ਲਿਆਂਦਾ, ਉਦੋਂ ਝੋਨੇ ਦਾ ਪਤਾ ਨਹੀਂ ਸੀ ਵੀ ਪੰਜਾਬ ਦੇ ਵਿੱਚ ਬਾਰਿਸ਼ ਕਿੰਨੀ ਹੁੰਦੀ ਹੈ। ਇੱਥੇ 1200 mm ਦੀ ਪਾਣੀ ਦੀ ਲੋੜ ਹੈ, ਇੱਥੇ ਬਾਰਿਸ਼ ਹੁੰਦੀ ਹੈ 500 mm। ਆਹ 700 mm ਪਾਣੀ ਜਿਹੜਾ ਅਸੀਂ ਨੇ ਜ਼ਮੀਨ 'ਚੋਂ ਬਾਲਿਆ ਹੈ, ਇਹ ਧਾਰਾ ਵਾਪਸ ਕਿਉਂ ਨਹੀਂ ਕੀਤਾ? ਇਹਨਾਂ ਨੂੰ ਪਤਾ ਨਹੀਂ, ਇਹ ਕਾਂਗਰਸ ਦੇ ਨੇਤਾਵਾਂ ਨੂੰ, ਸਾਡਿਆਂ ਨੂੰ ਇਹਦਾ ਵਾਪਸ ਕਰਨ ਦਾ ਮਹਾਰਾਜ ਨੇ ਦੱਸਿਆ ਨਹੀਂ ਉਦੋਂ ਵੀ ਪੰਜਾਬ ਬੰਜਰ ਹੋਣ ਵਾਲਾ ਹੈ, ਪੰਜਾਬ ਦੇ ਪਾਣੀ ਨੂੰ ਖਤਰਾ ਹੈ। ਜੇ ਪੰਜਾਬ ਦੇ ਪਾਣੀ ਨੂੰ ਖਤਰਾ ਹੈ ਤਾਂ ਫਿਰ ਇਹ ਇਕੱਲੇ ਹਾਕਮਾਂ ਨੂੰ ਕਾਹਤੋਂ ਖਤਰਾ ਹੈ? ਅੱਛਾ ਚਲੋ ਜੋਗਿੰਦਰ ਸਿੰਘ ਜੀ ਗੱਲ ਦੱਸੋ, ਜੋਗਿੰਦਰ ਸਿੰਘ ਜੀ ਗੱਲ ਦੱਸੋ ਨਾ, ਜਿਹੜਾ ਸਰਕਾਰ ਦਾ ਇਹ ਤਰਕ ਹੈ ਤੁਸੀਂ ਉਧਰ ਉਸ ਤੋਂ ਕਿਵੇਂ ਇਤਫਾਕ ਰੱਖ ਸਕਦੇ ਹੋ? ਇਹ ਤਾਂ ਸਹੀ ਗੱਲ ਹੈ ਨਾ ਕਿ ਜੇਕਰ ਤੁਸੀਂ ਝੋਨਾ ਪਹਿਲਾਂ ਲਾਓਗੇ ਤਾਂ ਪਾਣੀ ਦੀ ਕਮੀ, ਜਿਹੜਾ ਪਾਣੀ ਥੱਲੋਂ ਖਿੱਚੋਗੇ ਉਹਦੀ ਕਮੀ ਆਏਗੀ। ਇਹ ਤੋਂ ਤੁਸੀਂ ਇਤਫਾਕ ਕਿਉਂ ਨਹੀਂ ਰੱਖਦੇ? ਬਿਲਕੁਲ ਨਹੀਂ ਆਏਗੀ, ਬਿਲਕੁਲ ਨਹੀਂ ਆਏਗੀ। ਮੇਰਾ ਮਤਲਬ ਮੈਂ ਤੁਹਾਨੂੰ ਦੱਸਦਾ ਵੀ ਪੰਜਾਬ ਦਾ ਜਿਹੜਾ ਝੋਨੇ ਦਾ ਪ੍ਰੋਸੈਸ ਹੈ ਬਹੁਤ ਲੰਮਾ ਪ੍ਰੋਸੈਸ ਹੈ। ਝੋਨਾ ਲੱਗਣ ਦਾ ਪ੍ਰੋਸੈਸ ਹੈ ਜਿਹੜਾ ਘੱਟੋ ਘੱਟ 1 ਮਹੀਨੇ ਦਾ ਪ੍ਰੋਸੈਸ ਹੈ। ਜੇਕਰ 10 ਤਰੀਕ ਤੋਂ ਛੋਟ ਦਿੰਦੇ ਨੇ ਤਾਂ ਘੱਟੋ ਘੱਟ ਇਹ 5 ਜੁਲਾਈ ਤੱਕ ਝੋਨਾ ਜਾ ਕੇ ਲੱਗੂਗਾ, ਹੌਲੀ ਹੌਲੀ ਲੱਗੂਗਾ। ਸਾਰੇ ਟਿਊਬਵੈੱਲ ਨਹੀਂ ਚੱਲਦੇ, ਸਾਰਾ ਸਮਾਂ ਨਹੀਂ ਚੱਲਦੇ, ਹੌਲੀ ਹੌਲੀ ਚੱਲਣਗੇ, ਥੋੜ੍ਹੇ ਥੋੜ੍ਹੇ ਘੰਟੇ ਚੱਲਣਗੇ। ਜਦੋਂ ਇਹ ਝੋਨਾ 20 ਤਰੀਕ ਤੋਂ ਸ਼ੁਰੂ ਹੋਊਗਾ ਤੇ 24 ਘੰਟੇ ਟਿਊਬਵੈੱਲ ਚੱਲਣਗੇ, ਉਦੋਂ ਪਾਣੀ ਦੀ ਸਮੱਸਿਆ ਆਊਗੀ। ਆਹ ਬਰਸਾਤ ਹੋ ਗਈ, ਹੁਣ ਸਾਡੇ ਮਾਲਵੇ ਦੇ ਵਿੱਚ ਕਿੰਨੇ ਪਿੰਡ ਨੇ, ਕਿੰਨੇ ਜ਼ਿਲ੍ਹਿਆਂ ਦੇ ਵਿੱਚ ਤਾਂ ਪਾਣੀ ਭਰਿਆ ਪਿਆ ਹੈ। ਹੁਣ ਜਾ ਕੇ ਭਲਾ ਪਨੀਰੀ ਤਿਆਰ ਹੈ, ਵਾਹਣ ਭਰੇ ਪਏ ਨੇ, ਕੁਦਰਤ ਨੇ ਪਾਣੀ ਛੱਡਤਾ, ਅਸੀਂ ਉੱਥੇ ਝੋਨਾ ਲਾਉਂਦੇ ਆ। ਇਹਨਾਂ ਦੇ ਢਿੱਡ ਪੀੜ ਕਾਹਤੋਂ ਹੁੰਦੀ ਹੈ? ਇਹਨਾਂ ਨੂੰ ਕੀ ਤਕਲੀਫ ਹੈ? ਇਹ ਬਿਜਲੀ ਦੇ ਉਧਰ ਬਿਜਲੀ ਵਾਧੂ ਹੈ, ਬਿਜਲੀ ਦਾ ਕਹਿੰਦੇ ਵੀ ਸਾਡੇ ਕੋਲੇ ਵਾਧੂ ਹੈ, ਹੁਣ ਛੱਡ ਦੇਣ ਫਿਰ। ਠੀਕ ਹੈ, ਚਲੋ ਹਾਂਜੀ। ਨੈਟ ਇਫੈਕਟ ਜਿਸ ਤਰ੍ਹਾਂ ਇਹਨਾਂ ਨੇ ਕਿਹਾ ਹੈਗਾ, ਨੈਟ ਇਫੈਕਟ ਪਾਣੀ ਦੀ ਨੈਟ ਸੇਵਿੰਗ ਬਹੁਤ ਘੱਟ ਹੋਣੀ ਹੈ। ਪਹਿਲੀ ਗੱਲ ਤਾਂ ਸਿਰਫ 10 ਦਿਨ ਦੇ ਸੇਵਿੰਗ ਹੋਣੀ ਆ। 10 ਦਿਨ ਦੇ ਵਿੱਚ ਵੀ ਸਾਰਿਆਂ ਨੇ ਇੱਕੋ ਦਿਨ ਥੋੜੀ ਪਾਣੀ ਯੂਜ਼ ਕਰਨਾ ਸ਼ੁਰੂ ਕਰ ਦੇਣਾ। ਐਟ ਦਾ ਸੇਮ ਟਾਈਮ ਜੇ 20 ਜੂਨ ਤੱਕ ਇਹ ਨਹੀਂ ਦਿੰਦੇ, ਕਿਸਾਨਾਂ ਨੇ ਆਪਣੇ ਡੀਜ਼ਲ ਦੇ ਜਿਹੜੇ ਪੰਪ ਲਾ ਕੇ ਉਹਦੇ ਨਾਲ ਉਹਨਾਂ ਨੂੰ ਕਰਨਾ ਪੈਣਾ ਆ, ਕਿਉਂਕਿ ਲਾਈ ਹੋਈ ਆ ਪਨੀਰੀ ਪਹਿਲਾਂ। ਹਾਂਜੀ ਮਲੂਕਾ ਸਾਹਿਬ। ਹਰਪ੍ਰੀਤ ਜੀ, ਮਾਹਰਾਂ ਦਾ ਤਾਂ ਬਿਲਕੁਲ ਬਹਾਨਾ ਹੈ, ਕਿਉਂਕਿ ਅਸੀਂ ਵੀ ਗਵਰਨਮੈਂਟ ਦੇ ਵਿੱਚ ਰਹੇ ਆ। ਮਾਹਰਾਂ ਤੋਂ ਤਾਂ ਗਵਰਨਮੈਂਟ ਕਹਾ ਲੈਂਦੀ ਆ ਵੀ ਹੁਣ ਤੁਸੀਂ ਐਂ ਕਹਿ ਦਿਓ, ਬਿਲਕੁਲ ਬਹਾਨਾ ਹੈ ਮਾਹਰਾਂ ਦਾ। ਮਾਹਰ ਕਦੋਂ ਕਹਿੰਦੇ ਆ ਵੀ ਨਵੀਂ ਸੁੱਕ ਜੂਗੀ ਠਾ ਜਾ ਕੇ ਉਸ ਵੇਲੇ ਜੇ ਲੇਟ ਝੋਨਾ ਬੀਜਾਂਗੇ, ਕਿੱਥੇ ਕਿਹਾ ਮਾਹਰਾਂ ਨੇ ਕਿ ਨਵੀਂ ਨਹੀਂ ਹੋਏਗੀ ਝੋਨੇ ਦੇ ਵਿੱਚ? ਸੋ ਮਾਹਰਾਂ ਤੋਂ ਤਾਂ ਕਹਾ ਲਿਆ। ਜਿਵੇਂ ਇਹ ਤਾਂ 25 ਜਿਹੜੀ ਰਿਪੋਰਟ ਸੀ ਉਹ ਤਾਂ ਫਿਰ 25 ਜੂਨ ਸੀਗੀ, ਫਿਰ 25 ਜੂਨ ਤੇ ਲੈ ਜਾਂਦੇ। ਗੱਲ ਬਿਲਕੁਲ ਠੀਕ ਹੈ, ਅਗਲੀ ਵਾਰ ਨੂੰ ਕਹਿਣਗੇ 1 ਜੁਲਾਈ ਤੋਂ ਬੀਜੋ। ਸੋ ਸਹੀ ਟਾਈਮ 10 ਜੂਨ ਹੈ ਝੋਨਾ ਬੀਜਣ ਦਾ, ਜਿਹਦੇ ਨਾਲ ਸਾਰੇ ਸਹਿਮਤ ਹੈ। ਇਹ ਇਕੱਲੇ ਪੰਜਾਬ 'ਚ ਹੀ ਪਾਣੀ ਮੁੱਕਣਾ, ਹਰਿਆਣੇ 'ਚ ਹਰਿਆਣੇ 'ਚ 10 ਜੂਨ ਤੋਂ ਬੀਜਣਾ, ਦੱਖਣ 'ਚ 2 ਵਾਰੀ ਝੋਨਾ ਬੀਜਿਆ ਜਾਂਦਾ ਸਾਲ ਦੇ ਵਿੱਚ, ਉੱਥੇ ਨਹੀਂ ਕੋਈ ਫਰਕ ਪੈਂਦਾ। ਸੋ ਇਕੱਲੇ ਪੰਜਾਬ ਦੇ ਵਿੱਚ ਹੀ ਐਵੇਂ ਝੂਠ ਮੂਠ ਦਾ ਪ੍ਰਚਾਰ ਕਰਕੇ ਇਕੱਲੇ ਪੰਜਾਬ ਦੇ ਸਿਰ ਹੀ ਠੇਕਾ ਪਾ ਰੱਖਿਆ। ਬਿਲਕੁਲ ਗੱਲ ਆਪਣੇ ਕਿਸਾਨ ਜਿਹੜੇ ਨੇਤਾਵਾਂ ਦੀ ਬਿਲਕੁਲ ਸਹੀ ਹੈ। ਕਿਸਾਨ ਨੂੰ ਕੋਈ ਖੇਤੀ ਮਾਹਰ ਨਹੀਂ ਹੋ ਸਕਦਾ, ਕਿਸਾਨ ਨੂੰ ਸਿਆਣਾ ਕੋਈ ਬੰਦਾ ਹੋ ਨਹੀਂ ਸਕਦਾ, ਕਿਉਂਕਿ ਜਿਹੜਾ ਮਿੱਟੀ ਨਾਲ ਮਿੱਟੀ ਘੁਲਦਾ। ਇੱਕ ਏਸੀ ਕਮਰਿਆਂ 'ਚ ਬਹਿ ਕੇ ਅਸੀਂ ਸਕੀਮਾਂ ਬਣਾਉਂਦੇ ਆ, ਇੱਕ ਮਿੱਟੀ ਨਾਲ ਮਿੱਟੀ ਘੁਲਦਾ, ਮੁੜਕੀ ਹੁੰਦਾ, ਉਹਦੇ 'ਚੋਂ ਸਾਰੀ ਦਿਹਾੜੀ ਉਹ ਮਿੱਟੀ ਨਾਲ ਮਿੱਟੀ ਹੋ ਕੇ ਉਹਨੂੰ ਪਤਾ ਹੈ, ਉਹਨੂੰ ਘਾਟੇ ਵਾਧੇ ਦਾ ਪਤਾ, ਉਹ ਜਾਣਦਾ ਘਾਟਾ ਵਾਧਾ ਕੀ ਹੈ। ਤੇ ਜੇ ਦੇ ਦੇਣ, ਗੰਨੇ ਦੇ ਭਾਅ ਠੀਕ ਦੇ ਦੇਣ, ਬਾਸਪਤੀ ਦਾ ਭਾਅ ਠੀਕ ਦੇ ਦੇਣ, ਮੱਕੀ ਦਾ ਭਾਅ ਠੀਕ ਦੇ ਦੇਣ, ਸਬਜ਼ੀਆਂ ਦੇ ਭਾਅ ਠੀਕ ਦੇ ਦੇਣ, ਝੋਨੇ ਤੋਂ ਘਟ ਜੂਗਾ ਕੰਮ ਆਪੇ। ਕਿਉਂ ਇਹਨੇ ਬਾਕੀ ਰੌਲਾ ਪਾਇਆ, ਕਿਉਂ ਲਿਜਾ ਛੱਡਿਆ? ਸੋ ਇਹ ਨਾ ਕਰਨ, ਕਿਸਾਨ ਨੂੰ ਤੰਗ, ਝੋਨਾ ਬੀਜ ਲੈਣ ਦੇ। ਵਿਚਾਰਾ ਰਠੌਰ ਸਾਹਿਬ ਕਹਿੰਦੇ ਨੇ ਭਾਈਵਾਲ ਪਾਰਟੀ ਤੁਹਾਡੀ ਹੈ, ਉੱਥੇ ਤੁਸੀਂ ਰੇਟ ਠੀਕ ਕਰਾਓ, ਤੁਸੀਂ ਐਮਐਸਪੀ ਮਿੱਥ ਦਿਓ। ਸਾਡੀ ਭਾਈਵਾਲ ਪਾਰਟੀ ਖਰੀਦਣ ਨੂੰ ਤਿਆਰ ਹੈ, ਬੀਜਣ ਨੂੰ ਤਾਂ ਰੋਕਦੇ ਨੇ। ਬੀਜਣ ਨੂੰ ਤਾਂ ਇਹ ਰੋਕਦੇ ਨੇ, ਪਰ ਦਿੱਲੀ ਵਾਲੇ ਤਾਂ ਰੋਕਦੇ ਨਹੀਂ ਹੈਗੇ। ਨਾਲ ਜਿਹੜੀ ਕਲਟੀਵੇਸ਼ਨ ਪ੍ਰੈਕਟਿਸਿਸ ਨੇ ਨਾ ਹਰਪ੍ਰੀਤ ਜੀ, ਉਹ ਮਾਹਿਰਾਂ ਦੇ ਦੱਸਣ ਅਨੁਸਾਰ ਹੀ ਕਲਟੀਵੇਸ਼ਨ ਪ੍ਰੈਕਟਿਸਿਸ ਬਣੀਆਂ ਆ। ਇਹ ਫਾਰਮਰ ਨੂੰ ਇੰਨੀ ਤਾਂ ਇੰਡੀਪੈਂਡੈਂਸ ਹੈਗੀ ਆ ਨਾ ਵੀ ਕਿਹਦੇ ਨਾਲ ਉਹਦੀ 5-7 ਦਿਨ ਅੱਗੇ ਪਿੱਛੇ ਹੋਣ ਨਾਲ ਕਿੱਦਾਂ ਉਹਦੀ ਇਨਕਮ ਵੱਧਦੀ ਹੈ, ਬਿਲਕੁਲ। ਤੇ ਨਾਲੇ ਵਾਟਰ ਰੀਚਾਰਜ ਕਰਨ ਦਾ ਜਿਹੜਾ ਮੇਨ ਸੋਰਸਸ ਨੇ ਨਾ, ਉਹ ਇਹ ਨੇ ਵੀ ਨਹਿਰੀ ਪਾਣੀ ਜਿਹੜਾ ਇਹ ਦੂਜੇ ਸੂਬਿਆਂ ਤੋਂ ਹੀ ਜਾਂਦੇ ਆ, ਨਹਿਰੀ ਪਾਣੀ ਐਂਡ ਤੱਕ ਪਹੁੰਚਾਉਣ
ਟਿਊਬਲਾਂ ਦਾ ਪਾਣੀ ਘੱਟ ਕੱਢਣਾ ਪਵੇ ਤੇ ਜਾਂ ਡਾਈਵਰਸਿਫਿਕੇਸ਼ਨ ਲਈ ਮੇਨ ਕ੍ਰੌਪਸ ਜਿਹੜੀਆਂ ਦੂਜੀਆਂ ਉਹਨਾਂ ਦਾ ਕਰਨ। ਇਹ ਤਾਂ ਬਹੁਤ ਅੱਗੇ ਜਾ ਕੇ ਸੋਰਸ ਹੁੰਦਾ ਵੀ ਚਲੋ ਥੋੜਾ ਜਿਹਾ ਡਿਲੇ ਕਰ ਦਿਓ, ਥੋੜਾ ਬਹੁਤ ਪਾਣੀ ਇਹਦੇ ਨਾਲ ਵੀ ਬਚ ਜਾਊਗਾ ਤੇ ਉਹਦੇ ਕਰਕੇ ਇਹ ਸਾਰੀ ਜਿਹੜੀ ਪ੍ਰੋਡਕਸ਼ਨ ਦਾ ਜਿਹੜੀ ਸੱਤਿਆਨਾਸ਼ ਕਰੀ ਕਿਸਾਨਾਂ ਜਾ ਨੂੰ ਰਹੇ। ਆਪਸ਼ਨ ਦਿੱਤੀ ਹੈ ਉਹਨਾਂ ਤੇ ਕੋਈ ਗੌਰ ਨਹੀਂ ਕੀਤਾ ਜਾ ਰਿਹਾ, ਕਿਸਾਨ ਆਗੂਆਂ ਤੇ ਕਹਿਣਾ। ਇੱਕ ਛੋਟਾ ਜਿਹਾ ਮੈਂ ਬ੍ਰੇਕ ਲਈ ਰੁਕ ਰਿਹਾ, ਬ੍ਰੇਕ ਤੋਂ ਬਾਅਦ ਜਲਦ ਹਾਜ਼ਰ। ਬ੍ਰੇਕ ਤੋਂ ਬਾਅਦ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ। ਸਾਡੀ ਵਿਚਾਰ ਚਰਚਾ ਜਾਰੀ ਹੈ। ਨਛੱਤਰ ਸਿੰਘ ਬੈਦਵਾਨ ਸਾਹਿਬ, ਮੈਨੂੰ ਇਹ ਨਹੀਂ ਸਮਝ ਆਉਂਦਾ ਕਿ ਜੇ ਸਰਕਾਰ ਕੋਲ, ਜਿਵੇਂ ਰਠੌਰ ਸਾਹਿਬ ਨੇ ਕਿਹਾ ਕਿ ਬਿਜਲੀ ਦੀ ਕੋਈ ਕਮੀ ਨਹੀਂ ਹੈ, ਬਿਜਲੀ ਸਾਡੇ ਕੋਲ ਹੈਗੀ ਹੈ, ਸਿਰਫ ਮਸਲਾ ਇਹ ਹੈ ਕਿ ਪਾਣੀ ਬਚਾਉਣ ਦੇ ਲਈ ਅਸੀਂ ਸ਼ਿੱਦਤ ਕਰ ਰਹੇ ਹਾਂ, ਫਿਰ ਸਰਕਾਰ ਦੀ ਮਨਸ਼ਾ ਤੇ ਸਵਾਲ ਕਿਉਂ ਹੈ? ਜੇ ਸਰਕਾਰ ਕੋ ਬਿਜਲੀ ਹੈ 10 ਦਿਨ ਬਾਅਦ ਵੀ ਦੇਣੀ ਹੈ ਤੇ 10 ਦਿਨ ਪਹਿਲਾਂ ਦੇ ਦੇਣਗੇ ਤਾਂ ਕੀ ਦਿੱਕਤ ਹੁੰਦੀ? ਕੋਈ ਦਿੱਕਤ ਨਹੀਂ ਹੈ ਜੀ। ਅਸੀਂ ਤਾਂ ਪਬਲਿਕ ਦੇ ਫਾਇਦੇ ਵਾਸਤੇ ਜੋ ਸਾਡਾ ਆਪਣਾ ਸੈਕਰੀਫਾਈਸ ਹੁੰਦਾ ਕਰਨ ਨੂੰ ਤਿਆਰ ਹੈ। ਅੱਜ ਜਦੋਂ ਬਾਕੀ ਸਾਡੀਆਂ ਸਾਰੀ ਆਪਸ਼ਨ ਆ ਉਹ ਕਹਿੰਦੇ ਵੀ ਸਾਡੇ ਵਾਸਤੇ ਪੋਸੀਬਲ ਨਹੀਂ ਹੈ, ਤਾਂ ਅਸੀਂ ਉਹਨਾਂ ਨੂੰ ਕਹਿਤਾ ਵੀ ਆ ਲਓ ਜੀ, ਅਸੀਂ ਨਹੀਂ ਜੀਰੀ ਲਾਉਂਦੇ, ਸਾਡੀਆਂ ਚਾਬੀਆਂ ਪਾਂਡੇ ਸਾਹਿਬ ਡਾਇਰੈਕਟਰ ਸਾਹਿਬ ਨੂੰ ਦੇਤੀਆਂ, ਤੁਸੀਂ ਜੋ ਕਹਿੰਦੇ ਅਸੀਂ ਉਸ ਕਰਨ ਨੂੰ ਤਿਆਰ ਹਾਂ, ਖਾਲੀ ਰੱਖਣ ਨੂੰ ਵੀ ਤਿਆਰ ਹਾਂ। ਸਾਡਾ ਤੁਸੀਂ ਜੋ ਨੁਕਸਾਨ ਹੈਗਾ ਜੀਰੀ ਦਾ ਠੇਕਾ ਪਲੱਸ ਸਾਡੀ ਜਿੰਨੀ ਇਹਦੇ ਵਿੱਚੋਂ ਇਨਕਮ ਨਿਕਲਣੀ ਹੈ ਉਹ ਸਾਨੂੰ ਦੇ ਦਿਓ, ਜਾਂ ਜੇ ਹੋਰ ਕੋਈ ਤੁਸੀਂ ਫਸਲ ਦਿੰਦੇ ਅਸੀਂ ਆਪਣਾ ਤੁਹਾਨੂੰ ਦੱਸ ਦਿੰਦੇ ਵੀ ਸਾਡੀ ਕਿੰਨੀ ਫਸਲ ਹੈ, ਉਹਦੇ ਉੱਪਰ ਤੁਸੀਂ ਹਰਿਆਣਾ ਸਰਕਾਰ ਵਾਂਗੂ ਸਾਡੀ ਭਰਪਾਈ ਕਰ ਦਿਓ। ਜਿਹੜੀ ਨੈਟ ਸਾਨੂੰ ਜੋ ਜੀਰੀ ਦਾ ਪ੍ਰੋਫਿਟ 10 ਤਰੀਕ ਨੂੰ ਵੇਚ ਕੇ ਹੁੰਦਾ ਉਹ ਤੁਹਾਡੀ ਅਸੀਂ ਰਿਪੋਰਟਾਂ ਵਾਂਗ ਚੱਲ ਪਵਾਂਗੇ, ਆਪਣਾ ਦਿਮਾਗ ਨਹੀਂ ਵਰਤੂਗੇ, ਤੁਸੀਂ ਸਾਡੀ ਉਹ ਭਰਪਾਈ ਕਰ ਦਿਓ। ਉਸ ਤੋਂ ਬਾਅਦ ਫਿਰ ਕਿਸਾਨ ਇਹ ਧੱਕੇਸ਼ਾਹੀ ਨਹੀਂ ਕਰਦੇ ਕਿ ਹਾਂ ਅਸੀਂ ਸਵੇਰ ਤੇ ਲਾਉਂਗੇ। ਅਸੀਂ ਕਿਹਾ ਵੀ ਤੁਸੀਂ ਦੱਸੋ। ਹੁਣ ਜਿਹੜਾ ਪ੍ਰੋਸੈਸ ਹੈ ਕਿਸੇ ਨੂੰ ਪਤਾ ਹੀ ਨਹੀਂ ਜੀ। ਜੇ ਇੱਕ ਟਿਊਬਲ ਅੱਜ 1 ਕਿੱਲਾ ਲਾ ਦਿੰਦਾ, ਕੱਲ ਨੂੰ ਦੂਜਾ ਲਾ ਦਿੰਦਾ, ਤੀਸਰੇ ਦਿਨ ਸਾਨੂੰ ਬੰਦ ਕਰਕੇ ਉਹ 2 ਟਿਊਬਲਾਂ 'ਚ ਇੱਕ ਵਾਰ ਪਾਣੀ ਪਾਉਣਾ ਪੈਂਦਾ, ਨਹੀਂ ਉਹਦੇ ਵਿੱਚ ਦੁਬਾਰਾ ਕੱਖ ਹੋ ਜਾਂਦਾ। ਯਾਨੀ ਇਟ ਮੀਨਸ ਕਿ ਇੱਕ ਦਿਨ ਦੇ ਵਿੱਚ ਰੋਜ਼ 19 ਨਹੀਂ ਲੱਗਣੀ ਹੈ। ਇਹ ਜਿਹੜਾ ਪ੍ਰੋਸੈਸ ਸਾਡਾ ਘੱਟੋ ਘੱਟ 25-26 ਦਿਨ 'ਚ ਪੂਰਾ ਹੁੰਦਾ, ਯਾਨੀ ਇੱਕ ਦਿਨ 'ਚ 4% ਐਵਰੇਜ ਪਾਣੀ ਜਿਹੜਾ ਸਾਡਾ ਜੀਰੀ ਲੱਗਣੀ ਹੈ। ਉਹ ਵੀ ਤਾਂ ਜੇ ਸਾਨੂੰ ਲੇਬਰ ਦੀ ਪ੍ਰੋਬਲਮ ਨਾ ਆਵੇ, ਵਿੱਚ ਕੋਈ ਜ਼ਿਆਦਾ ਬਾਰਿਸ਼ ਦਾ ਖੜਤਾ ਨਾ ਪਵੇ। ਕਈ ਵਾਰ ਬਾਰਿਸ਼ ਇੰਨੀ ਹੁੰਦੀ ਹੈ ਕਿ ਖੇਤ ਦੇ ਵਿੱਚ ਲੱਗਦੀ ਹੋਣੀ ਜੀਰੀ। ਸੋ ਇਹਨਾਂ ਸਾਰੀਆਂ ਗੱਲਾਂ ਤੇ ਅਸੀਂ ਵਿਚਾਰ ਕਰਨ ਤੋਂ ਬਾਅਦ ਜਿਹੜੀਆਂ ਗੱਲਾਂ ਤੇ ਸਰਕਾਰ ਪੈਸਾ ਬਚਾ ਸਕਦੀ ਹੈ ਜਾਂ ਸਾਨੂੰ ਮਾਰ ਪੈਂਦੀ ਹੈ, ਜਿੱਥੇ ਕਹਿੰਦੇ ਕਿ ਪਾਣੀ ਜ਼ਿਆਦਾ ਲੱਗਦਾ, ਪਾਣੀ ਜ਼ਿਆਦਾ ਲੱਗਣ ਵਾਸਤੇ ਇਹਨਾਂ ਨੇ ਪਹਿਲਾਂ ਬੜਾ ਰੌਲਾ ਪਾਇਆ ਕਿ ਤੁਸੀਂ ਸਿੱਧੀ ਬਿਜਾਈ ਕਰ ਲਓ ਜੀ। ਬੜੇ ਜੱਟਾਂ ਨੇ ਕਰਕੇ ਵੀ ਦੇਖੀ, ਲੇਕਿਨ ਉਹ ਨਹੀਂ ਕਾਮਯਾਬ ਹੋ ਸਕੀ ਜੀ। ਅੱਧਾ ਪਾਣੀ ਸਾਡਾ ਚਾਰਜ ਹੋ ਰਿਹਾ। ਕਿਸਾਨ ਦਾ ਨੁਕਸ ਕੱਢਦੇ ਆ। ਮੈਂ ਇਹ ਕਹਿਣਾਗਾ ਕਿ ਤੁਸੀਂ ਅੱਜ ਏਸੀ ਬੰਦ ਕਰ ਦਿਓ। ਜਿਹੜੀ CFL ਗੈਸ ਏਸੀ ਦੇ ਵਿੱਚੋਂ ਨਿਕਲਦੀ ਹੈ, ਜਿੰਨੀ ਉਹ ਬਾਹਰ ਗਰਮੀ ਛੱਡਦੀ ਹੈ, ਕਮਰਾ ਤਾਂ ਠੰਡਾ ਹੋ ਜਾਂਦਾ, ਉਹਦੇ ਨਾਲ ਫਸਲ ਨੂੰ 1.25 ਗੁਣਾ ਪਾਣੀ ਲੱਗਦਾ। ਅਗਰ ਕਿਸੇ ਸਰਕਾਰ ਐਡੀ ਸੁਹਿਰਦ ਹੈ ਤਾਂ ਕਿਉਂ ਨਹੀਂ ਏਸੀ ਬੰਦ ਕਰ ਦਿੰਦੀ ਕਿ ਇਹਦੇ ਨਾਲ ਪਾਣੀ ਬਚੇ, ਗਰਮੀ ਘਟੇ ਤੇ ਫਸਲ ਨੂੰ ਪਾਣੀ ਘੱਟ ਲੱਗੇ, ਕਿਸਾਨ ਦੀ ਫਸਲ ਦਾ ਮਤਲਬ ਮਾਰ ਕਿਸਾਨਾਂ ਨੂੰ ਹੀ ਕਿਉਂ? ਮਾਰ ਕਿਸਾਨਾਂ ਨੂੰ। ਔਰ ਤੁਸੀਂ ਮੈਂ ਤੁਹਾਡੀ ਜਾਣਕਾਰੀ ਲਈ ਦੱਸ ਦਵਾਂ, ਅੱਜ ਤੋਂ 9 ਸਾਲ ਪਹਿਲਾਂ ਕਿਸਾਨਾਂ ਬਾਰੇ ਲਿਖਿਆ ਸੀ ਕਿ ਜਿਹੜੀ ਟੂਟੀਆਂ ਇਹਨਾਂ ਦਾ ਡਿਸਚਾਰਜ ਪਾਣੀ ਤੁਸੀਂ 1/3 ਕਰ ਦਿਓ। ਜਦ ਆਪਾਂ ਭਾਂਡੇ ਧੋਨੇ ਆ, ਹੱਥ ਧੋਨੇ ਆ, ਗੱਡੀਆਂ ਧੋਨੇ ਆ, ਉਸ ਵਾਰ ਜਦੋਂ ਆਪਾਂ ਡਿਟਰਜੈਂਟ ਯੂਜ਼ ਕਰਦੇ ਆ ਜਾਂ ਮਲਦੇ, ਉਹ ਪਾਣੀ ਆਟੋਮੈਟਿਕ ਜਾਈ ਜਾਂਦਾ। ਜੇ ਥੋੜਾ ਪਾਣੀ ਆਊਗਾ, ਆਪਾਂ ਬਾਲਟੀਆਂ ਭਰ ਕੇ ਵੀ ਨਹਾਉਣ ਲੱਗ ਜੂਗੇ ਅੱਜ ਤੋਂ ਬਾਅਦ, ਤਾਂ ਦੁਬਾਰੇ ਪਾਣੀ ਜਿਹੜਾ ਦੁਬਾਰੇ ਚੜ੍ਹਨ ਲੱਗ ਜਾਊਗਾ। ਜਿਹੜੀ ਯੂਜੇਜ ਹੈ ਉਹਨੂੰ ਘਟਾਓ, ਨਾ ਕਿ ਕਿਸਾਨ ਦੀ ਜਿਹੜੀ ਰੋਟੀ ਰੋਜੀ ਉਹਦੇ ਮੂੰਹ 'ਚ ਉਹਦੀ ਰੋਜੀ ਖੋ। ਆਪਾਂ ਕਿਤੇ ਹੋਰ ਕੋਈ ਕੰਮ ਕਰ ਨਹੀਂ ਰਹੇ, ਕਿਸਾਨਾਂ ਨੂੰ ਰੋਕ ਰਹੇ ਆ ਬਸ। ਨਹੀਂ ਹਰਪ੍ਰੀਤ ਜੀ, ਆਹ ਗਲਤ ਹੈ। ਦੇਖੋ ਜਿਹੜੇ ਵੀ ਗੱਲਾਂ ਹੁਣ ਹੋਈਆਂ ਉਹਦੇ ਤੋਂ ਅੱਧੀਆਂ ਗੱਲਾਂ ਇਹੋ ਜਿਹੀਆਂ ਨੇ ਜਿਹੜੇ ਦੇ ਲਈ ਕੇਂਦਰ ਸਰਕਾਰ ਜ਼ਿੰਮੇਵਾਰ ਹੈ। ਔਰ ਦੂਜੀ ਵਾਰ ਮਲੂਕਾ ਸਾਹਿਬ ਕਹਿੰਦੇ ਜੀ ਕ੍ਰਿਸ਼ੀ ਮਾਹਰ, ਇਹਨਾਂ ਨੇ ਜਿਹੜੀ 10 ਜੂਨ ਮੈਂ ਪੁੱਛਣਾ ਚਾਹੁੰਦਾ ਇਹਨਾਂ ਤੋਂ 10 ਜੂਨ ਰੱਖੀ ਸੀ, ਉਹ ਕਿੱਦਾਂ ਰੱਖੀ ਸੀ? ਆਪੇ ਸੋਚ ਕੇ ਰੱਖਤੀ ਸੀ। ਤੀਜੀ ਗੱਲ ਜਿਹੜੀ ਆਪਾਂ ਗੱਲ ਕਹਿੰਦੇ ਵੀ ਮਾਹਿਰਾਂ ਨੂੰ ਕੁਝ ਨਹੀਂ ਆਂਦਾ, ਅਸੀਂ ਦੇਖੋ ਜਿਹੜੀਆਂ 10-10 ਕੁਇੰਟਲ ਸਾਡੇ ਕੋਲ ਜੀਣ ਸੀ, 10-10 ਕੁਇੰਟਲ ਰੱਖੀ ਸੀ, ਆਪ ਦੀ ਆਪ ਅਸੀਂ ਕੁਝ ਨਹੀਂ ਸੀ ਰੱਖਿਆ। 10-10 ਕੁਇੰਟਲ ਫਸਲਾਂ ਜਿਹੜਾ ਝਾੜ ਨਿਕਲਦਾ ਹੁੰਦਾ ਸੀ, ਅੱਜ 30 ਕੁਇੰਟਲ ਤੇ ਪਹੁੰਚਿਆ ਹੋਇਆ ਉਹ। ਬਾਕੀ ਜਿਹੜੀ ਸਿੱਧੀ ਬਿਜਾਈ ਦੀ ਡਿਵਰਸਿਫਿਕੇਸ਼ਨ ਚਾਹੀਦੀ ਹੈ, ਪਾਣੀ ਦਾ ਬਹੁਤ ਮਿਸਯੂਜ਼ ਹੋ ਰਿਹਾ। ਮੈਂ ਇਸ ਗੱਲ ਨਾਲ ਬਿਲਕੁਲ ਸਹਿਮਤ ਹਾਂ ਵੀ ਸਮੇਂ-ਸਮੇਂ ਦੀ ਸਰਕਾਰਾਂ ਆਈਆਂ ਜਾਂਦੀਆਂ ਰਹੀਆਂ, ਔਰ ਅੱਜ ਸਾਨੂੰ ਖੁਦ ਵੀ ਸੋਚਣਾ ਪੈਣਾ ਹੈ ਪਾਣੀ ਦੇ ਬਾਰੇ ਵੀ ਕਿੱਦਾਂ ਇਹਨੂੰ ਬਚਾਉਣਾ ਹੈ। ਮੱਧ ਪ੍ਰਦੇਸ਼ ਦੇ ਅੰਦਰ ਤੁਸੀਂ ਦੇਖੋ ਜ਼ਿਆਦਾਤਰ ਕੁਝ ਜ਼ਿਲ੍ਹੇ ਇਹੋ ਜਿਹੇ ਨੇ ਜਿੱਥੇ ਸਿੱਧੀ ਬਿਜਾਈ ਰਾਹੀਂ ਝੋਨਾ ਲੱਗਦਾ ਹੈ, ਔਰ ਉਹਨਾਂ ਦਾ ਝਾੜ ਬਹੁਤ ਜ਼ਿਆਦਾ ਹੈ। ਔਰ ਇਹ ਜ਼ਰੂਰ ਹੈ ਉਹਦੇ ਅੰਦਰ ਕਿ ਵੀ ਉੱਥੇ ਬਾਰਿਸ਼ ਦੀ ਮਕਦਾਰ ਬਹੁਤ ਹੁੰਦੀ ਹੈ, ਲੇਕਿਨ ਉੱਥੇ ਕੱਦੂ ਕਰਕੇ ਨਹੀਂ ਲਾਉਂਦੇ। ਪਾਣੀ ਦੀ ਬਹੁਤ ਬਚਤ ਹੁੰਦੀ ਹੈ। ਔਰ ਜਿਹੜੀ ਨਹੀਂ ਪਾਸ ਹੋ ਜੀ, ਤੁਸੀਂ ਅੰਕੜੇ ਕਢਾ ਲਓ 3 ਸਾਲ ਦੇ, ਲਾਇਆ ਲੋਕਾਂ ਨੇ ਇੱਥੇ। ਸਾਡਾ ਤਾਂ ਖਹਿੜਾ ਛੁੱਟਦਾ ਸੀ, ਸਾਡਾ ਤਾਂ ਲੇਵਲ ਤੋਂ ਖਹਿੜਾ ਛੁੱਟਦਾ ਸੀ ਜੀ। ਮਲੂਕਾ ਸਾਹਿਬ ਆਨਾ, ਮੈਂ ਹੈਲੋ ਮਲੂਕਾ ਸਾਹਿਬ ਆਨਾ, ਇੱਕ ਮਿੰਟ। ਤੇ ਹੈਲੋ
ਜਿਹੜੀ ਬਿਜਲੀ ਦੀ ਬਾਰ-ਬਾਰ ਅਸੀਂ ਗੱਲ ਕਰਦੇ ਆ, ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਬਿਜਲੀ ਜਿਹੜੀ ਪੰਜਾਬ ਕੋਲ ਹੈਗੀ ਹੈ ਉਹ ਸਰਪਲਸ ਹੈ। ਹਜੇ ਵੀ ਆਪਾਂ ਪੀਕ ਸੀਜ਼ਨ ਦੇ ਅੰਦਰ 93% ਯੂਜ਼ ਕਰ ਸਕਦੇ ਆ, ਉਸ ਤੋਂ ਬਾਅਦ ਵੀ ਬਿਜਲੀ ਸਾਡੇ ਕੋਲ ਬਚਦੀ ਹੈ। ਔਰ ਇਹ ਜਿਹੜੇ ਸੋਰਸਿਸ ਨੇ ਉਹ ਜਿਹੜੇ ਸਿਰਫ ਰੀਨਿਊਏਬਲ ਤੇ ਇੰਸਟਾਲ ਫੋਰਸਿਸ ਹੈ ਉਹਨਾਂ ਤੋਂ ਹੈ। ਜਿਹੜੀ ਆਪਾਂ ਅਲੱਗ ਅਦਾਰਿਆਂ ਤੋਂ ਜਿਹੜੇ ਕੰਟਰੈਕਟ ਦੇ ਰਾਹੀਂ ਖਰੀਦਦੇ ਆ ਉਹ ਸਾਡੇ ਕੋਲ ਸਰਪਲਸ ਹੁੰਦੀ ਹੈ, ਉਹਨੂੰ ਵੇਚਿਆ ਜਾਂਦਾ ਬਲਕ ਮੇ। ਔਰ ਪੂਰੇ ਸਾਲ ਦੇ ਅੰਦਰ ਜਿਹੜੀ ਬਿਜਲੀ ਹੁੰਦੀ ਹੈ ਉਹ 2000 ਤੋਂ 3000 ਮੈਗਾਵਾਟ ਵੱਧਦੀ ਹੈ ਸਾਡੇ ਕੋਲ। ਹਾਂਜੀ ਮਲੂਕਾ ਸਾਹਿਬ। ਹਰਪ੍ਰੀਤ ਜੀ, ਵੈਸੇ ਕਾਂਗਰਸ ਵਾਲਿਆਂ ਦੀਆਂ ਕਈ ਗੱਲਾਂ ਤੇ ਵੀਰਾਂ ਤੇ ਸਾਡੇ ਤੇ ਬੜਾ ਇਹਨਾਂ ਦੀਆਂ ਗੱਲਾਂ ਤੇ ਹਾਸਾ ਆਉਂਦਾ। ਬੜੇ ਇਹ ਗੱਲਾਂ ਦੱਸਦੇ ਆ ਤਜਰਬੇ ਵਾਲੀਆਂ। ਇਹ ਕਹਿੰਦੇ ਜੀ ਮੱਧ ਪ੍ਰਦੇਸ਼ ਦੇ ਵਿੱਚ ਕਿਸਾਨਾਂ ਨੇ ਤਜਰਬਾ ਕੀਤਾ, ਉਹ ਬੜਾ ਕਾਮਯਾਬ ਹੋਇਆ। ਮੈਂ ਬੇਨਤੀ ਕਰਦਾ ਕਾਂਗਰਸ ਵਾਲੇ ਵੀਰਾਂ ਨੂੰ, ਇਹ ਕਹਿੰਦੇ ਕੁਝ ਹੋਰ ਹੈ, ਕਰਦੇ ਕੁਝ ਹੋਰ ਹੈ। ਮੁੱਖ ਮੰਤਰੀ ਜੀ ਕਹਿੰਦੇ ਬਿਜਲੀ ਸਾਡੇ ਕੋਲੇ ਸਰਪਲਸ ਹੈ, ਇਹਨਾਂ ਦਾ ਬਿਜਲੀ ਮੰਤਰੀ ਦੇ ਬਿਆਨ ਕੱਢ ਲਓ, ਉਹ ਕਹਿੰਦਾ ਹੈ ਨਹੀਂ ਸਰਪਲਸ, ਅਕਾਲੀ ਝੂਠ ਬੋਲਦੇ ਸੀ। ਉਹ ਇਹਦਾ ਬਿਆਨ ਇਹ ਹੈ। ਹੁਣ ਆ ਗਈ ਕਿ ਸਿੱਧੀ ਬਿਜਾਈ ਦਾ ਫਾਇਦਾ ਹੈ। ਮੈਂ ਬੇਨਤੀ ਕਰਦਾ ਕਿ ਸਿੱਧੀ ਬਿਜਾਈ ਤੁਸੀਂ ਕਾਂਗਰਸੀ ਇੱਕ ਵਾਰੀ ਕਰ ਲਓ, ਸਾਰੇ ਕਾਂਗਰਸ ਨੂੰ ਅਪੀਲ ਕਰ ਦਿਓ, ਸਿੱਧੀ ਬਿਜਾਈ ਬੀਜੋ। ਜੇ ਉਹ ਕਾਮਯਾਬ ਹੋ ਗਈ ਤਾਂ ਦੂਜੇ ਵੀ ਕਰ ਲੈਣਗੇ। ਜਿਹੜਾ ਆਪਣਾ ਬਿਜਲੀ ਮੰਤਰੀ ਕਹਿੰਦਾ ਸਬਸਿਡੀ ਛੱਡ ਦਿਓ ਕਿਸਾਨੋਂ, ਬਿਜਲੀ ਦਾ ਤੁਸੀਂ ਬਿੱਲ ਭਰਨ ਲੱਗੋ, ਤੇ ਪਹਿਲਾਂ ਆਪ ਛੱਡਦੇ, ਆਪ ਤਾਂ ਪਹਿਲਾਂ ਆਪਦੀ ਮਿਸਾਲ ਕਾਇਮ ਕਰੇ। ਬਿਜਲੀ ਮੰਤਰੀ ਪਹਿਲਾਂ ਸਭ ਤੋਂ ਛੱਡੇ। ਮੁੱਖ ਮੰਤਰੀ ਜੀ ਦੀ ਅਪੀਲ ਹੈ, ਸਿਰਫ 3 ਬੰਦਿਆਂ ਨੇ ਛੱਡੀ ਹੈ ਮੁੱਖ ਮੰਤਰੀ ਜੀ ਦੀ ਅਪੀਲ ਤੇ ਜਿਹੜਾ ਬਿਜਲੀ ਮੰਤਰੀ ਆਪ ਤਾਂ ਬਿਜਲੀ ਮਾਫ ਕਰੇ ਹੀ ਬੈਠਾ, ਲੋਕਾਂ ਨੂੰ ਕਹਿੰਦਾ ਛੱਡੋ। ਸੋ ਇਹ ਗੱਲਾਂ ਨਾ ਕਰੋ, ਇਹ ਗੱਲਾਂ ਬਾਦਲ ਸਾਹਿਬ ਨੂੰ ਨਾ ਤੁਸੀਂ ਕਿਸਾਨ ਦੀ ਬਾਹ ਫੜੋ, ਕਿਸਾਨ ਦੀ ਸਥਿਤੀ। ਬਾਦਲ ਸਾਹਿਬ ਦੀ ਵੀ ਬਹੁਤ ਜ਼ਿਆਦਾ ਬਿਜਲੀ ਹੈ। ਬਾਦਲ ਸਾਹਿਬ ਨੇ ਤਾਂ ਕਿਹਾ ਨਹੀਂ, ਅਪੀਲ ਤਾਂ ਤੁਸੀਂ ਕੀਤੀ ਹੈ। ਅਪੀਲ ਤਾਂ ਸ਼ਾਇਦ ਤੁਹਾਨੂੰ ਪਤਾ ਨਹੀਂ ਹੋਣਾ, ਬਾਦਲ ਸਾਹਿਬ ਦੇ ਮੋਟਰਾਂ ਨਹੀਂ ਹੈਗੀਆਂ, ਤੁਹਾਨੂੰ ਪਤਾ ਨਹੀਂ ਹੋਣਾ, ਸ਼ਾਇਦ ਉੱਥੇ ਤੁਸੀਂ ਗਏ ਨਹੀਂ ਹੋਗੇ, ਉੱਥੇ ਪਾਣੀ ਮਾੜਾ, ਮੋਟਰਾਂ ਨਹੀਂ ਲੱਗਦੀਆਂ। ਪਰ ਚਲੋ ਮੈਂ ਤਾਂ ਕਹਿੰਦਾ ਤੁਸੀਂ ਪਹਿਲ ਤਾਂ ਕਰੋ ਸਾਰੇ ਕਾਂਗਰਸੀ, ਮੁੱਖ ਮੰਤਰੀ ਜੀ ਦੀ ਅਪੀਲ ਮੰਨੋ, ਸਾਰੇ ਐਮਐਲਏ ਐਮਪੀ ਜ਼ਿਲ੍ਹਿਆਂ ਦੇ ਪ੍ਰਧਾਨ ਜਿੱਤੇ ਹਾਰੇ, ਪਹਿਲਾਂ ਤੁਸੀਂ ਤਾਂ ਛੱਡ ਲਓ ਆਪਦੇ ਮੁੱਖ ਮੰਤਰੀ ਦੀ ਅਪੀਲ ਤਾਂ ਮੰਨ ਲਓ। ਤੁਸੀਂ ਤਾਂ ਉਹ ਅਪੀਲ ਨਹੀਂ ਮੰਨਣ ਨੂੰ ਤਿਆਰ ਆਪਦੇ ਮੁੱਖ ਮੰਤਰੀ ਦੀ। ਹੁਣ ਤੁਸੀਂ ਕਹਿਤਾ ਵੀ ਸਿੱਧੀ ਬਿਜਾਈ 'ਚ ਫਾਇਦਾ ਹੈ, ਡਾਇਰੈਕਟ ਬਿਜਾਈ 'ਚ, ਜੋ ਵੀ ਚੰਗੀ ਗੱਲ ਹੈ ਤਾਂ ਅਸੀਂ ਕਹਿੰਦੇ ਚੰਗੀ ਗੱਲ ਹੈ। ਜੇ ਤੁਹਾਨੂੰ ਕੋਈ ਤਜਰਬਾ ਹੈਗਾ ਤਾਂ ਤੁਸੀਂ ਸਾਰੇ ਕਾਂਗਰਸੀ ਕਰ ਦਿਓ ਪੰਜਾਬ 'ਚ, ਅਸੀਂ ਵੀ ਉਹਨੂੰ ਵੇਖ ਕੇ ਫਿਰ ਅਗਲੀ ਵਾਰ ਨੂੰ ਕਰ ਲਾਂਗੇ। ਚਲੋ ਇੱਕ ਮਿੰਟ ਆਨਾ ਮੈਂ ਸੰਘੇੜਾ ਸਾਹਿਬ। ਹੁਣ ਗੱਲ ਇਹ ਹੈ ਕਿ ਕਿਸਾਨਾਂ ਨੇ 10 ਜੂਨ ਤੋਂ ਝੋਨਾ ਲਾਣਾ ਬੜੀ ਥਾਈਂ ਸ਼ੁਰੂ ਕਰ ਦਿੱਤਾ, ਜਦਕਿ ਸਰਕਾਰ ਨੇ 20 ਜੂਨ ਤਰੀਕ ਤੈਅ ਕੀਤੀ ਸੀ। ਸਰਕਾਰ ਨੇ ਅਲਟੀਮੇਟਮ ਦਿੱਤਾ ਕਿ ਜਿਹੜਾ 20 ਜੂਨ ਤੋਂ ਪਹਿਲਾਂ ਝੋਨਾ ਲਾਏਗਾ ਉਹਦਾ ਝੋਨਾ ਵਾਹ ਦਿੱਤਾ ਜਾਏਗਾ। ਹੁਣ ਬੜੀ ਥਾਈਂ ਜਿਹੜਾ ਝੋਨਾ ਲੱਗ ਗਿਆ, ਕਿਸਾਨ ਜਥੇਬੰਦੀਆਂ ਕਹਿ ਰਹੇ ਕਿ ਜਿਹੜਾ ਝੋਨਾ ਵਾਣਾ ਆ ਅਸੀਂ ਉਹਦਾ ਕਰਾ ਕਰਾਂਗੇ। ਕੀ ਸਥਿਤੀ ਟਕਰਾਅ ਵਾਲੀ ਨਹੀਂ ਬਣੇਗੀ ਜਿਵੇਂ ਪਹਿਲਾਂ ਬਣੀ ਸੀ ਟਕਰਾਅ ਵਾਲੀ? ਅੱਜ ਤੋਂ 2-4 ਦਿਨ ਪਹਿਲਾਂ ਜਦੋਂ ਆਪਣੀ ਗੱਲ ਹੋਈ ਸੀ ਤੁਸੀਂ ਕਿਹਾ ਸੀ ਕਿ ਸਰਕਾਰ ਦਾ ਫੇਲੀਅਰ ਹੈ ਕਿ ਸਰਕਾਰ ਨੇ ਟਕਰਾਅ ਵਾਲੀ ਸਥਿਤੀ ਤੋਂ ਨਿਪਟਣ ਲਈ ਕੁਝ ਨਹੀਂ ਕੀਤਾ। ਉਹ ਜੇ ਹਾਲਾਤ ਦੁਬਾਰਾ ਬਣਦੇ ਨੇ। ਦੇਖੋ, ਟਕਰਾਅ ਦੀ ਸਥਿਤੀ ਤਾਂ ਸਪਸ਼ਟ ਤੌਰ ਤੇ ਹੁਣ ਤੋਂ ਹੀ ਬਣ ਚੁੱਕੀ ਹੈ। ਜਦੋਂ ਇੱਕ ਦੂਜੇ ਪਾਸਿਓਂ ਦੋਵੇਂ ਧਿਰਾਂ ਵੱਲੋਂ ਐਲਾਨ ਹੋਣੇ ਸ਼ੁਰੂ ਹੋ ਜਾਣ, ਜਥੇਬੰਦੀਆਂ ਵੱਲੋਂ ਐਲਾਨ ਕੀਤੇ ਜਾ ਰਿਹਾ ਅਸੀਂ ਵਾਹੁਣ ਨਹੀਂ ਦੇਣਾ, ਅਸੀਂ ਲਾਉਣਾ ਆ। ਔਰ ਮੈਂ ਇਸ ਗੱਲ ਨੂੰ ਇੰਡੋਰਸ ਵੀ ਕਰਦਾ ਹਾਂ ਕਿ ਕਿਸਾਨਾਂ ਦੀ ਮਜਬੂਰੀ ਹੈ ਲਾਉਣਾ। ਪਨੀਰੀ ਲੱਗ ਚੁੱਕੀ ਹੈ, ਮੋਰੇ ਸਮਾਂ ਦੇਖੋ, ਅੱਜ ਦੇਖ ਲਓ ਕਿ ਤਰੀਕ ਕਿੰਨੀ ਹੈ, ਇਹ ਸੀਜ਼ਨ ਆ ਚੁੱਕਾ ਹੈ ਲਾਉਣ ਦਾ। ਇਸ ਤਰ੍ਹਾਂ ਥੋੜੀ ਆ ਵੀ ਇਹਨੂੰ ਇਹ ਕੋਈ ਮਤਲਬ ਤੁਸੀਂ ਅੱਗੇ ਜਦੋਂ ਮਰਜ਼ੀ ਅੱਗੇ ਪਾ ਦਿਓ। ਸੋ ਉਹਦੇ ਨਾਲ ਨੁਕਸਾਨ ਸਟੇਟ ਦਾ ਹੀ ਆ। ਪਹਿਲਾਂ ਹੀ ਸਟੇਟ ਬਹੁਤ ਪਿੱਛੇ ਰਹਿ ਗਈ ਆ, ਪੰਜਾਬ ਦਾ ਜਿਹੜਾ ਸੂਬਾ ਆ ਬਹੁਤ ਪਿੱਛੇ ਰਹਿ ਗਿਆ ਆ ਗਲਤ ਸਿਆਸੀ ਫੈਸਲਿਆਂ ਕਰਕੇ ਹੀ। ਸੋ ਆਹ ਐਵੇਂ ਹੀ ਮਤਲਬ ਜਿੱਦ ਜਿਹੀ ਵਾਲੀ ਗੱਲ ਕਰ ਰਹੀ ਹੈ ਸਰਕਾਰ। ਸੰਘੇੜਾ ਸਾਹਿਬ, ਜੇ ਪਨੀਰੀ ਪੱਕ ਜਾਵੇ ਤਾਂ ਫਿਰ ਝਾੜ ਘਟ ਦਿੰਦੀ ਹੈ। ਬਿਲਕੁਲ, ਪਨੀਰੀ ਟਾਈਮ ਤੇ ਨਾ ਲੱਗੇ, ਪੱਕ ਜੇ ਤਾਂ ਉਹ ਝਾੜ ਘਟ ਜਾਂਦਾ ਹੈ। ਬਿਲਕੁਲ ਮਲੂਕਾ ਸਾਹਿਬ, ਮੈਂ ਪਹਿਲਾਂ ਕਹਿ ਚੁੱਕਾ ਹਾਂ ਵੀ ਇਹਦਾ ਪਨੀਰੀ ਦਾ ਵੀ ਇੱਕ ਵਿੰਡੋ ਹੈ, ਜਿਹੜੇ ਕਿੰਨੇ ਦਿਨ ਦੇ ਵਿੱਚ ਉਹਨੂੰ ਜਦੋਂ ਉਹ ਮੈਚੁਰ ਹੋ ਜਾਂਦੀ ਹੈ ਤਾਂ ਉਹਦੇ ਲਾਉਣ ਦਾ ਵੀ ਹੈ, ਔਰ ਉਸ ਤੋਂ ਬਾਅਦ ਪੱਕਣ ਵੇਲੇ ਵੀ। ਔਰ ਜਦੋਂ ਝੋਨਾ 10 ਤੋਂ ਲੱਗਣਾ, ਇਹਦਾ ਮਤਲਬ ਇਹ ਨਹੀਂ ਹੈ 10 ਤੋਂ 12 ਤੱਕ ਲੱਗ ਜਾਣਾ ਆ। ਉਹ ਪਛੇਤਾ ਝੋਨਾ ਵੀ ਹੁੰਦਾ ਉਹਦੇ ਵਿੱਚ। ਜੇ ਅਸੀਂ ਸ਼ੁਰੂ ਪਛੇਤਾ ਕਰਨਾ ਹੈ ਤਾਂ ਉਸ ਤੋਂ ਬਾਅਦ ਜਿਹੜਾ ਜ਼ਿਆਦਾ ਪਛੇਤਾ ਹੋ ਜਾਣਾ ਆ, ਉਦੋਂ ਬਾਸਮਤੀ ਲੱਗਦੀ ਹੈ। ਜਾਂ ਤਾਂ ਬਾਸਮਤੀ ਦਾ ਭਾਅ ਦੇ ਦੇਣ। ਇਹ ਬਾਸਮਤੀ ਦੇ ਵੇਲੇ ਜਦੋਂ ਝੋਨਾ ਲਾਓਗੇ ਉਹਦਾ ਝਾੜ ਠੀਕ ਨਹੀਂ ਹੋਣਾ, ਨਾ ਹੀ ਉਹਦਾ weight ਠੀਕ ਹੋਣਾ, ਉਹਦਾ ਦਾਣਾ ਵੀ ਸੁੰਘ ਜਾਣਾ, ਉਹਦੇ ਚ ਚੌਲ ਵੀ ਨਹੀਂ ਠੀਕ ਨਿਕਲਣਗੇ। ਉਹ ਸਾਰੀਆਂ ਪ੍ਰੋਬਲਮਸ ਸਭ ਨੂੰ ਬਿਮਾਰੀਆਂ ਲੇਟ ਵਾਲੇ ਬਿਮਾਰੀਆਂ ਵੀ ਬਿਲਕੁਲ ਠੀਕ ਹੈ ਜੀ। ਇਹ ਪੁਆਇੰਟ ਮੈਂ ਭੁੱਲ ਗਿਆ ਸੀਗਾ। ਉਹਨੂੰ ਬਿਮਾਰੀਆਂ ਵੀ ਹਰ ਜੀ ਜ਼ਿਆਦਾ ਲੱਗਦੀਆਂ। ਅਸੀਂ ਖੇਤੀਬਾੜੀ ਪੜ੍ਹੀ ਹੋਈ ਆ, ਮੈਂ ਖੇਤੀਬਾੜੀ ਯੂਨੀਵਰਸਿਟੀ ਚੋਂ ਪੜ੍ਹਿਆ ਹੋਇਆ। ਉਹਨੂੰ ਬੇਮੌਸਮੇ ਬਿਮਾਰੀਆਂ ਵੀ ਜ਼ਿਆਦਾ ਲੱਗਦੀਆਂ। ਰਠੌੜ ਸਾਹਿਬ, ਚਲੋ 20 ਜੂਨ ਨੂੰ ਤੁਸੀਂ ਕਹਿੰਦੇ ਹੋ ਕਿ ਝੋਨਾ ਲਾਉਣ ਲਈ ਅਸੀਂ ਬਿਜਲੀ ਦਿਆਂਗੇ, ਚਲੋ ਕਿਸਾਨ ਆਗੂ ਜੇ ਮੰਨ ਵੀ ਜਾਂਦੇ ਨੇ, ਪਰ ਜਦੋਂ ਉਹਨਾਂ ਦਾ ਝੋਨਾ ਪੂਰੀ ਤਰ੍ਹਾਂ ਪੱਕ ਜਾਏਗਾ, ਜਦੋਂ ਮੰਡੀਆਂ ਦੇ ਵਿੱਚ ਜਾਏਗਾ, ਜੇ ਕਿਸਾਨ ਦਾ ਨੁਕਸਾਨ ਹੁੰਦਾ ਕੀ ਉਸ ਦੀ ਭਰਪਾਈ ਸਰਕਾਰ ਕਰੇਗੀ? ਸਰਕਾਰ ਇਹ ਕਵੇ ਕਿ ਪਿਛਲੀ ਵਾਰੀ ਜਿੰਨਾ ਤੁਹਾਡਾ ਝੋਨਾ ਸੀ, ਜੇਕਰ ਇਸ ਵਾਰ ਉਹਦੇ ਵਿੱਚੋਂ ਝਾੜ ਘਟਦਾ, ਨਮੀ ਵਾਧਾ ਆਂਦੀ ਹੈ, ਜੋ ਤੁਹਾਡਾ ਘਾਟਾ ਰਹੇਗਾ ਉਹ ਅਸੀਂ ਪੂਰੇ ਕਰਾਂਗੇ। ਦੇਖੋ, ਇਹ ਗੱਲ ਤਾਂ ਮੈਂ ਨਹੀਂ ਕਹਿ ਸਕਦਾ। ਨਹੀਂ, ਪਰ ਗੱਲ ਤਾਂ ਹੈ ਨਾ ਕਿ ਜੇ ਕਿਸਾਨ ਦਾ ਨੁਕਸਾਨ ਹੁੰਦਾ ਤਾਂ ਉਹਦੀ ਭਰਪਾਈ ਕੌਣ ਕਰੇਗਾ? ਦੇਖੋ, ਮੈਂ ਕਿਸਾਨ 20 ਜੂਨ ਨੂੰ ਝੋਨਾ ਲਾਉਣ ਨੂੰ ਤਿਆਰ ਹੈ। ਇੱਕ ਗੱਲ ਜਿਹੜੀ ਪਹਿਲਾਂ ਕਹੀ ਹੈ ਕਿ ਆਖਰਕਾਰ ਜਿਹੜੇ ਕ੍ਰਿਸ਼ੀ ਵਿਗਿਆਨੀ ਹੈ ਉਹਨਾਂ ਨੇ ਕੁਝ ਸੋਚ ਸਮਝ ਕੇ ਇਹ ਫੈਸਲਾ ਕੀਤਾ ਹੈ ਔਰ ਕੁਝ ਸੋਚ ਸਮਝ ਕੇ ਇਹ ਰਿਪੋਰਟ ਦਿੱਤੀ ਹੈ।
ਮੌਸਮ ਦੇ ਉੱਤੇ ਡਿਪੈਂਡ ਕਰਦਾ ਹੈ। ਇਹ ਤਾਂ ਐ ਵੀ ਹੋ ਸਕਦਾ ਕੋਈ ਪ੍ਰਾਤਿਕ ਆਪਦਾ ਇਹ ਜੀ ਆ ਜੇ ਕੋਈ ਉਹ ਤਾਂ ਵੀ ਕਿਸਾਨ ਦਾ ਨੁਕਸਾਨ ਹੋ ਜਾਂਦਾ, ਔਰ ਕਿਸਾਨ ਉਸ ਟਾਈਮ ਪਰ ਜਿਹੜੀ ਸਰਕਾਰ ਹੈ ਉਸ ਟਾਈਮ ਭਰਪਾਈ ਕਰਦੀ ਹੈ। ਕੁਦਰਤੀ ਆਫਤ ਦੀ ਤੇ ਖੁਦ ਬੁਲਾਈ ਆਫਤ ਦੀ ਚ ਬੜਾ ਫਰਕ ਹੈ। ਦੇਖੋ ਫਿਰ ਮੈਂ ਉਹੀ ਗੱਲ ਕਹਿ ਰਿਹਾ ਵੀ ਜਾਂ ਤਾਂ ਆਪਾਂ ਉਸ ਗੱਲ ਨੂੰ ਕਹੀਏ ਵੀ ਜਿਹੜੇ ਕ੍ਰਿਸ਼ੀ ਵਿਗਿਆਨੀ ਹੈ ਉਹ ਝੂਠ ਬੋਲ ਰਹੇ ਆ, ਉਹਨਾਂ ਦੀ ਸਾਹਿਬ ਪਹਿਲੀ ਜਿਹੜੀ ਲੱਗਦਾ ਝੋਨਾ ਉਹ ਵੀ ਕ੍ਰਿਸ਼ੀ ਵਿਗਿਆਨੀਆਂ ਦੀ ਮਾਰਾਂ ਦੀ ਸਾਰੇ ਲੱਗਦਾ। ਪਹਿਲਾਂ ਆਪਾਂ ਅਗੇਤਾ ਵੀ ਲਾਉਂਦੇ ਸੀ, ਪਛੇਤਾ ਵੀ ਲਾਉਂਦੇ, ਜਿਹੜੀ ਆਪਾਂ ਬਾਅਦਲੀਆਂ ਜਿਹੜੀਆਂ ਉਹ ਲਾਉਂਦੇ ਸੀਗੇ ਕਿਸਮਾਂ, ਉਹ 25 ਜੂਨ ਤੋਂ ਬਾਅਦ ਲਾਉਂਦੇ ਹੁੰਦੇ ਸੀਗੇ। ਆਪਾਂ ਵੀ ਖੇਤੀ ਕਰਦੇ ਆ, ਸਾਨੂੰ ਸਾਰਿਆਂ ਨੂੰ ਪਤਾ, ਅਸੀਂ 25 ਜੂਨ ਤੋਂ ਬਾਅਦ ਵੀ ਲਾਉਂਦੇ ਹੁੰਦੇ ਸੀ। ਸਾਰੀਆਂ ਹੀ ਪਿਛੇਤੀ ਨਹੀਂ ਨਾ ਲੱਗ ਸਕਦੀਆਂ, ਇਹਦੇ ਨਾਲ ਤਾਂ ਸਾਰੀਆਂ ਹੀ ਪਿਛੇਤੀ ਹੋ ਜਾਣਗੀਆਂ। ਆਪਾਂ ਇਹਦੇ 'ਚ ਇਹ ਕਰ ਸਕਦੇ ਆ ਕਿ ਆਪਾਂ ਕੁਝ ਹਿੱਸਾ ਬਾਸਮਤੀ ਲਾਈਏ, ਕੁਝ ਉਹ ਲਾਈਏ, ਡਾਇਵਰਸਿਫਿਕੇਸ਼ਨ ਤਾਂ ਇਹਦੀ ਕੁਝ ਨਾ ਕੁਝ ਕਰਨੀ ਪੈਣੀ, ਕੋਈ ਨਾ ਕੋਈ ਹੱਲ ਤਾਂ ਇਹਦਾ ਲੱਭਣਾ ਪੈਣਾ। ਅਗਰ ਆਪਾਂ ਇਸ ਚੀਜ਼ ਪ੍ਰਤੀ ਕਿਸਾਨ ਨੂੰ ਵੀ ਸੀਰੀਅਸ ਹੋਣਾ ਪੈਣਾ ਨਾ, ਇਸ ਪ੍ਰਤੀ ਅਗਰ ਪਾਣੀ ਦੇ ਬਾਰੇ ਡਾਇਵਰਸਿਫਿਕੇਸ਼ਨ ਹੱਲ ਹੈਗਾ ਆ, ਕੁਝ ਹਿੱਸਾ ਉਹ ਲਾਈਏ, ਕੁਝ ਹਿੱਸਾ ਉਹ ਲਾਈਏ। ਗੰਭੀਰ ਤਾਂ ਤੁਹਾਨੂੰ ਵੀ ਹੋਣਾ ਪਏਗਾ, ਕਿਸਾਨ ਆਗੂਆਂ ਨੂੰ ਵੀ, ਕਿਸਾਨਾਂ ਨੂੰ ਵੀ। ਜੇ ਸਰਕਾਰ ਗੰਭੀਰ ਹੈ ਤਾਂ ਕਿਸਾਨ ਕਿਉਂ ਨਹੀਂ? ਹਰਪ੍ਰੀਤ ਜੀ, ਪਹਿਲਾਂ ਮੈਂ ਨਾ ਜਿਹੜੇ ਇਹਦੇ ਮਾਹਰਾਂ ਦੀ ਗੱਲ ਕਰਦੇ ਆ ਉਹਨਾਂ ਦੇ ਮੈਂ ਦਿਮਾਗ ਦੀ ਦਾਤ ਦਿੰਦਾ। ਬਠਿੰਡੇ ਦੇ ਮੁੱਖ ਖੇਤੀਬਾੜੀ ਦਫ਼ਤਰ ਨੇ ਪਾਵਰ ਕਾਰਪੋਰੇਸ਼ਨ ਨੂੰ ਚਿੱਠੀ ਲਿਖੀ ਕਿ ਕਿਸਾਨਾਂ ਨੂੰ 20 ਜੂਨ ਤੱਕ 1 ਘੰਟੇ ਤੋਂ ਜ਼ਿਆਦਾ ਬਿਜਲੀ ਨਾ ਦਿੱਤੀ ਜਾਵੇ। ਉਸ ਬੰਦੇ ਨੂੰ ਦਿਮਾਗ ਦੇਖੋ, ਉਹਨੂੰ ਇਹ ਨਹੀਂ ਪਤਾ ਵੀ ਕਿਸਾਨਾਂ ਨੇ ਗੰਨਾ ਵੀ ਬੋਇਆ ਹੋਇਆ, ਪਸ਼ੂਆਂ ਵਾਸਤੇ ਚਾਰਾ ਵੀ ਬੋਇਆ ਹੋਇਆ, ਮੱਕੀ ਵੀ ਬੋਈ ਹੋਈ ਹੈ, ਪਨੀਰੀ ਨੂੰ ਵੀ ਪਾਣੀ ਦਾ 1 ਘੰਟੇ ਦੇ ਵਿੱਚ ਕਿਆ ਕਰ ਲੂ ਸਾਡੀਆਂ ਫਸਲਾਂ ਸੁਕਾਤੀਆਂ। ਸਬਜ਼ੀ ਵੀ ਲੱਗੀ ਹੋਈ, ਇਹੋ ਜਿਹੇ ਮਾਹਰ ਰੱਖੇ ਹੋਏ ਨੇ ਜਿਨ੍ਹਾਂ ਨੂੰ ਇਹ ਨਹੀਂ ਪਤਾ ਕਿ ਇੱਕ ਜੀਰੀ ਤੇ ਡਿਪੈਂਡ ਨਹੀਂ, ਕਿਸਾਨ ਦੇ ਹੋਰ ਵੀ ਕੰਮ ਹੈ ਉੱਥੇ। ਬਾਗ ਵੀ ਲਾਏ ਹੋਏ ਨੇ, ਥੋੜੀ ਬਹੁਤ ਸਬਜ਼ੀਆਂ ਭਾਜੀਆਂ ਲਾਈਆਂ ਹੋਈਆਂ ਨੇ। ਜੇ ਇਹੋ ਜਿਹੇ ਮਾਹਰਾਂ ਦੀ ਰਿਪੋਰਟਾਂ ਤੇ ਸਰਕਾਰ ਚੱਲਣ ਲੱਗੀ, ਫਿਰ ਸਾਡਾ ਤਾਂ ਕਿਸਾਨਾਂ ਦਾ ਪੱਠਾ ਬੈਠੀ ਨਹੀਂ। ਕਿਸੇ ਵੀ ਇੱਕ ਅਫਸਰ ਵੱਲੋਂ ਲਿਖੀ ਗਈ ਚਿੱਠੀ ਆਪਾਂ ਮਾਹਰਾਂ ਦੀ ਰਿਪੋਰਟ ਨਹੀਂ ਕਹਿ ਸਕਦੇ। ਲੈਟ ਅਸ ਨਾਟ ਕੰਡੈਮ ਮਾਹਰ, ਖੇਤੀਬਾੜੀ ਆਫੀਸਰ ਨਾਟ ਰਠੌੜ ਸਾਹਿਬ ਜਿਹੜੀ ਗੱਲ ਕਰ ਰਹੇ ਆ, ਉਹ ਕੋਈ ਮਾਹਰਾਂ ਦੀ ਜ਼ਿੰਮੇਵਾਰੀ ਹੈ ਡਿਸਟ੍ਰਿਕਟ ਪੈਨਲ ਦੀ ਰਿਪੋਰਟ ਨਹੀਂ, ਉਹ ਡਿਸਟ੍ਰਿਕਟ ਦਾ ਖੇਤੀਬਾੜੀ ਆਫੀਸਰ ਹੈ, ਕ੍ਰੀਏਟ ਕੀਤੀਆਂ ਜਾਂਦੀਆਂ ਆ ਜੋ ਵੀ ਹੈ ਪ੍ਰੋਸੈਸਿੰਗ ਹੋ ਕੇ ਨਹੀਂ ਬਣੀ ਹੈ। ਨਾਲੇ ਰਠੌੜ ਸਾਹਿਬ ਇੱਕ ਮੈਂ ਤੁਹਾਨੂੰ ਗੱਲ ਦੱਸਦਾ, ਜਿਹੜੀ ਡਿਵਰਸਿਫਿਕੇਸ਼ਨ ਤੁਸੀਂ ਕਹਿੰਦੇ ਆ ਜਦੋਂ ਅਸੀਂ ਹਰਪ੍ਰੀਤ ਜੀ ਅੱਜ 1 ਮਿੰਟ ਜੀ, ਮੋਗੇ ਦੀ ਮੰਡੀ ਦੇ ਵਿੱਚ ਸਾਡੇ ਕਿਸਾਨ ਡਾਇਰੈਕਟਰ ਸਾਹਿਬ ਨੂੰ ਮਿਲਣ ਗਏ ਆ। 5500 ਰੁਪਏ ਮੂੰਗੀ ਦਾ ਰੇਟ ਹੈ ਤੇ ਉੱਥੇ 4300 ਰੁਪਏ ਨੂੰ ਖਰੀਦੀ ਜਾ ਰਹੀ, ਉਹਨਾਂ ਨੇ ਵੇਚਣੀ ਬੰਦ ਕਰਤੀ। ਸਰਕਾਰ ਇਹੀ ਤਾਂ ਨਹੀਂ ਵੀ ਇੱਕ ਝੋਨੇ ਨੂੰ ਲੈ ਕੇ ਬੈਠ ਜਾਓ, ਬਾਕੀ ਚੀਜ਼ਾਂ ਦੇ ਵੀ ਸਰਕਾਰ ਕੰਟਰੋਲ ਕਰੇ, ਉਹਦੀ ਵੀ ਸੁਪਰਵਿਜ਼ਨ ਕਰੇ ਕਿ ਕਿਆ ਕਿਸਾਨ ਦੇ ਨਾਲ ਇਨਸਾਫ ਹੋ ਰਿਹਾ ਜਾਂ ਨਹੀਂ ਹੋ ਰਿਹਾ। ਇਹ ਥੋੜਾ ਕਿ ਸਾਰੀ ਗੱਲ ਲਿਆਓ ਕਿਸਾਨ ਦੇ ਗੱਲ ਲਾ ਦਿਓ ਤੇ ਉਹਦੇ ਬਾਅਦ ਨਾਜ਼ਸ਼ਾਹੀ ਫਰਮਾਨ ਕਰਕੇ ਉਹਨੂੰ ਧੱਕੇ ਨਾਲ ਸਿੱਧਾ ਚਾਹੇ ਪੁੱਠਾ ਆਪਣੀ ਗੱਲ ਮੰਨੋ, ਉਹਨੂੰ ਪੂਰਾ ਕਰਨ ਤੇ ਹੋ ਜਾਓ। ਹਰਪ੍ਰੀਤ ਜੀ, ਪੈੜੀ ਦੀ ਕਣਕ ਨਾਲੋਂ ਕਈ ਗੁਣਾ ਵੱਧ ਮੁਸ਼ਕਲ ਆਉਂਦੀ ਹੈ ਮੰਡੀ 'ਚ ਵੇਚਣ ਵੇਲੇ। ਜੇ ਆਪਾਂ ਰੈਗੂਲਰ ਤੌਰ ਤੇ ਟਾਈਮ ਸਿਰ ਲਾ ਕੇ ਝੋਨਾ ਟਾਈਮ ਸਿਰ ਕੱਟਦੇ ਆ ਨਾ, ਉਹਦਾ ਮੋਇਸਚਰ ਲੈਵਲ ਪਤਾ ਕੀ ਹੁੰਦਾ? 22 ਹੁੰਦਾ ਆ। ਸਰਕਾਰਾਂ ਜਿਹੜੀਆਂ ਕਹਿੰਦੀ 17 ਜਾਂ 18 ਤੋਂ ਵੱਧ ਅਸੀਂ ਲੈਣਾ ਨਹੀਂ ਹੈ, ਤੇ ਕਿਸਾਨ ਨੂੰ ਉੱਥੇ ਵੀ ਐਡਜਸਟਮੈਂਟ ਕਰਨੀ ਪੈਂਦੀ ਹੈ। ਤੇ ਇੱਕ 2 ਦਿਨ ਲੇਟ ਕਰੋ ਇਹਨੂੰ, ਫਿਰ ਰਾਤ ਨੂੰ ਨਾ ਕੱਟੋ। ਜੇ ਰਾਤ ਨੂੰ ਕੱਟਿਆ ਜਾਵੇ ਥੋੜੀ ਬਹੁਤ ਵੀ ਤਰੇੜ ਪੈ ਜਾਵੇ, ਉਹ ਸਾਰਾ ਬੋਲ ਜਿਹੜਾ ਧੂਆਂ ਮਾਰ ਜਾਂਦਾ ਉਹਨੂੰ ਸ਼ੈਲਰ ਵਾਲੇ ਨਹੀਂ ਲੈਂਦੇ। ਸੋ 22 ਤੋਂ 9 ਬਹੁਤ ਜ਼ਰੂਰੀ ਹੈ। ਕਿਲੋ ਕਾਟ ਹੈ ਜੀ 1 ਕੁਇੰਟਲ। ਜੋਗਿੰਦਰ ਸਿੰਘ ਜੀ, ਗੱਲ ਇਹ ਹੈ ਕਿ ਤੁਸੀਂ ਇਹ ਕਹਿ ਦਿੱਤਾ ਕਿ ਝੋਨਾ ਲਗਾਓ, ਝੋਨਾ ਲਗਾਉਣ ਦੀ ਕਵਾਇਦ ਵੀ ਸ਼ੁਰੂ ਹੋ ਗਈ ਹੈ, ਪਰ ਜੇ ਸਰਕਾਰ ਨੇ ਕਿਹਾ ਕਿ ਜੇਕਰ ਤੁਸੀਂ 20 ਤੋਂ ਪਹਿਲਾਂ ਝੋਨਾ ਲਾਉਂਦੇ ਹੋ ਤੁਸੀਂ ਵਾਹ ਦੇਾਂਗੇ ਝੋਨਾ। ਜਿਹੜੇ ਗਰੀਬ ਕਿਸਾਨਾਂ ਨੇ ਪਨੀਰੀ ਲਾਈ ਹੈ, ਤੁਸੀਂ ਤਾਂ ਹੁਣ ਕਹਿ ਦਿੱਤਾ, ਔਰ ਵੱਡੀ ਗੱਲ ਇਹ ਆ ਰਹੀ ਕਿ ਕਿਸਾਨ ਆਗੂਆਂ ਦੇ ਕਹਿਣ ਤੇ ਕਿਸਾਨਾਂ ਨੇ ਝੋਨਾ ਲਾ ਦਿੱਤਾ। ਜੇਕਰ ਹੁਣ ਉਹਨਾਂ ਦਾ ਝੋਨਾ ਵਾਹ ਦਿੱਤਾ ਗਿਆ, ਉਹਦੀ ਜ਼ਿੰਮੇਵਾਰੀ ਹੁਣ ਤੁਹਾਡੀ ਹੋਏਗੀ ਕਿ ਸਰਕਾਰ ਦੀ ਹੋਏਗੀ? ਮੈਂ ਇੱਕ ਗੱਲ ਪੁੱਛਣੀ ਚਾਹੁੰਦਾ ਹਰਪ੍ਰੀਤ ਜੀ, ਸਰਕਾਰ ਦਾ ਇਹ ਫਰਮਾਨ ਕੀ ਹੈ ਵੀ ਜੇ ਕਿਸੇ ਨੇ ਝੋਨਾ ਲਾਤਾ ਤੇ ਪਾਣੀ ਬਚਾਉਣ ਦੀ ਖਾਤਰ ਉਹਦਾ ਝੋਨਾ ਵਾਹੇ ਤੋਂ ਪਾਣੀ ਦਾ ਸਮੱਸਿਆ ਹੱਲ ਹੋ ਜੂਗੀ? ਇਹ ਥਾਣੇਦਾਰੀ, ਇਹ ਡਿਕਟੇਟਰਸ਼ਿਪ, ਇਹ ਹੈ ਜੇ ਕਰੜੇ ਹੁਕਮ ਸਰਕਾਰ ਨੇ ਕਿਸਾਨਾਂ ਨੂੰ ਸਮਝਾ ਕੇ ਪ੍ਰੇਰ ਕੇ ਪਾਣੀ ਬਚਾਉਣ ਦੀ ਸਮੱਸਿਆ ਦਾ ਹੱਲ ਕੱਢਣ ਦੀ ਖਾਤਰ ਜਿਹੜੇ ਹੋਰ ਰਾਹ ਅਖਤਿਆਰ ਕਰਨੇ ਸੀ ਉਹ ਸਾਰੇ ਛੱਡਤੇ। ਯਾਨੀ ਕੇਸ ਪਾ ਦਿਆਂਗੇ, ਫੜ ਕੇ ਜੇਲ੍ਹਾਂ 'ਚ ਕਰ ਦਿਆਂਗੇ, ਤੁਹਾਡਾ ਝੋਨਾ ਵਾਹ ਦਿਆਂਗੇ, ਬਿਜਲੀ ਬੰਦ ਕਰ ਦਿਆਂਗੇ, ਨਹਿਰਾਂ ਬੰਦ ਕਰ ਦਿਆਂਗੇ, ਤੁਹਾਨੂੰ ਸਪਲਾਈ ਨਹੀਂ ਦੇਵਾਂਗੇ, ਘੰਟਾ ਸਪਲਾਈ ਦੇਵਾਂਗੇ। ਜਿਹੜੇ ਇਸ ਕਿਸਮ ਦੇ ਫਰਮਾਨ ਨੇ, ਇਹ ਥਾਣੇਦਾਰੀ ਕਰ ਰਹੀ ਹੈ ਸਰਕਾਰ, ਇਹ ਡੰਡੇ ਦੇ ਜ਼ੋਰ ਨਾਲ ਰਾਜ ਕਰ ਰਹੀ ਹੈ ਸਰਕਾਰ। ਇਹ ਕਿਸਾਨਾਂ ਤੋਂ ਦੱਬ ਕੇ ਸਾਰਾ ਕੁਝ ਕਰਾਉਣਾ ਚਾਹੁੰਦੀ ਹੈ, ਜਿਹੜਾ ਇਹ ਜਮਹੂਰੀਅਤ ਦੇ ਖਿਲਾਫ ਹੈ। ਸਾਡਾ ਇਹ ਹੈ, ਅਸੀਂ ਦਲੀਲ ਨਾਲ ਕਹਿੰਦੇ ਆ ਵੀ ਜਿਹੜੀ ਝੋਨੇ ਦੀ ਤਰੀਕ ਹੈ ਉਹ 10 ਹੀ ਵਾਜਬ ਹੈ। ਇਦੋਂ ਜਿੰਨਾ ਮਰਜ਼ੀ ਲੇਟ ਕਰੋ, ਇਹਦੇ ਨਾਲ ਕਿਸਾਨ ਦਾ ਦਰੜਾ ਹੋਊਗਾ, ਨੁਕਸਾਨ ਹੋਊਗਾ, ਕਣਕ ਦਾ ਵੀ ਨੁਕਸਾਨ ਹੋਊਗਾ, ਝੋਨੇ ਦਾ ਵੀ ਨੁਕਸਾਨ ਹੋਊਗਾ, ਵੇਚਣ 'ਚ ਵੀ ਦਿੱਕਤ ਆਊਗੀ। ਜਿਹੜੀ ਇਹਨਾਂ ਨੇ ਗੱਲ ਕਹੀ ਹੈ ਵੀ ਅਸੀਂ ਨਵੀਂ ਦੀ ਇਹ ਜ਼ਿੰਮੇਵਾਰੀ ਸਾਡੀ ਬਣੂਗੀ ਸਰਕਾਰ ਦੀ, ਸਰਕਾਰ ਤਾਂ ਫਰਮਾਨ ਜਾਰੀ ਕਰਦੀ ਹੈ ਕਿ ਜਿਹੜਾ ਵੀ ਝੋਨਾ 18 ਤੋਂ ਨਵੀਂ ਤੋਂ ਵੱਧ ਵਾਲਾ ਹੈ ਉਹ ਮੰਡੀ 'ਚ ਉਹਦੀ ਟਰਾਲੀ ਨਹੀਂ ਵੜਨ ਦੇਣੀ। ਇਸ਼ਤਿਹਾਰ ਲਾਉਂਦੀ ਹੈ ਵੱਡੇ ਵੱਡੇ, ਸੁੱਕਾ ਝੋਨਾ ਲੈ ਕੇ ਆਓ। ਸਾਨੂੰ ਲਾਲਿਆਂ ਦੇ ਮੁੰਡੇ ਸਿਖਾਉਂਦੇ ਨੇ 70 ਸਾਲਿਆਂ ਨੂੰ, ਅੰਕਲ ਜੀ ਝੋਨਾ ਤੁਸੀਂ ਹਰਾ ਵੱਢ ਲਏ, ਤੁਸੀਂ ਗਿੱਲਾ ਵੱਢ ਲਏ। ਅਸੀਂ 4 ਮਹੀਨੇ
ਤੋਂ 5 ਦਿਨ 10 ਦਿਨ ਉੱਤੇ ਯਾਨੀ 130 ਦਿਨਾਂ ਤੋਂ ਬਾਅਦ ਝੋਨਾ ਵੱਢਿਆ, ਉਹ ਚੋਂ ਹਰਾ ਦਾਣਾ ਨਹੀਂ ਗਿਆ। ਤੇ ਉਹਨਾਂ ਨੇ ਲਾਲੇ ਸਾਨੂੰ ਸਿਖਾਉਂਦੇ ਨੇ, ਲਾਲਿਆਂ ਦੇ ਮੁੰਡੇ, ਆਹ ਜੀ ਹਰਾ ਵੱਢ ਲਿਆ ਤੁਸੀਂ 4 ਦਿਨ ਹੋਰ ਕੱਢ ਜਾਂਦੇ। ਕਿੱਥੋਂ ਸਵਾਹ ਖੜੀਏ? 65,000 ਰੁਪਇਆ ਕਿੱਲੇ ਦਾ ਠੇਕਾ ਦਿੱਤਾ ਹੋਇਆ ਹੈ। ਗਾਹਾਂ ਕਣਕ ਦਾ ਝਾੜ ਘਟਦਾ ਹੈ, ਇੱਧਰ ਕੱਟ ਲੱਗੂਗਾ, ਕਰਜ਼ੇ ਨਾਲ ਪਹਿਲਾਂ ਹੀ ਦੱਬੇ ਪਿਆ। ਜ਼ਮੀਨਾਂ ਠੇਕੇ ਤੇ ਲੈਣੀਆਂ ਪੈਂਦੀਆਂ ਨੇ, ਮਹਿੰਗੀਆਂ, ਮਜਬੂਰੀ ਹੈ, ਕੁਝ ਕਰ ਨਹੀਂ ਸਕਦੇ। ਬੱਚਿਆਂ ਨੂੰ ਨੌਕਰੀ ਨਹੀਂ, ਕਿਤੇ ਰੁਜ਼ਗਾਰ ਨਹੀਂ, ਕੋਈ ਪ੍ਰਬੰਧ ਨਹੀਂ, ਕਿਹੜੇ ਖੂਹ ਚ ਜਾਈਏ ਉੱਤੇ ਸਰਕਾਰ। ਠੀਕ ਹੈ ਮਲੂਕਾ ਸਾਹਿਬ, ਮੈਂ ਤੁਹਾਡੇ ਤੋਂ ਇੱਕ ਗੱਲ ਜਾਣਨਾ ਚਾਹੁੰਦਾ। ਸਰਕਾਰ ਰਹੀ ਹੈ ਤੁਹਾਡੀ, 10 ਜੂਨ ਦੀ ਤਰੀਕ ਵੀ ਤੁਸੀਂ ਤੈਅ ਕੀਤੀ, ਜਿਹੜੀ ਤਰੀਕ ਤੈਅ ਕੀਤੀ ਉਹ ਵੀ ਤੁਸੀਂ ਮਾਹਿਰਾਂ ਦੀ ਰਿਪੋਰਟ ਤੇ ਹੀ ਤੈਅ ਕੀਤੀ ਹੋਣੀ ਹੈ, ਜਾਂ ਫਿਰ ਇਹ ਵੀ ਮੰਨ ਕੇ ਚੱਲੀਏ ਕਿ ਕਿਸਾਨਾਂ ਦੀ ਰਜ਼ਾਮੰਦੀ ਨਾਲ ਇਹ ਤਰੀਕ ਤੈਅ ਹੋਈ ਹੈ? ਅਸੀਂ ਹਰਪ੍ਰੀਤ ਜੀ ਮਾਹਰਾਂ ਦੀ ਰਿਪੋਰਟ ਤਾਂ ਉਦੋਂ ਵੀ 20 ਕੋਈ 15 ਕਰ ਦਿੰਦਾ ਸੀ, ਕੋਈ 20 ਕਰ ਦਿੰਦਾ ਸੀ, ਪਰ ਉਹ ਵਿਜਿੱਦ ਨਹੀਂ ਸੀਗੇ ਸਾਡੇ ਨਾਲ। ਅਸੀਂ ਕਿਹਾ ਸੀ ਅਸੀਂ ਕਿਸਾਨਾਂ ਨਾਲ ਰਾਏ ਕਰਕੇ ਕਰਾਂਗੇ, ਤੁਹਾਡੀ ਰਿਪੋਰਟ ਤੇ ਕੱਲੀ ਤੇ ਕੰਮ ਨਹੀਂ ਕਰਾਂਗੇ। ਸੋ ਅਸੀਂ ਉਸੇ ਰਿਪੋਰਟ ਤੇ ਕੰਮ ਕੀਤਾ, ਸਾਰੀਆਂ ਜਥੇਬੰਦੀਆਂ ਸਹਿਮਤ ਹੋਈਆਂ ਸੀ ਵੀ ਚਲੋ ਇੱਥੇ ਆਪਾਂ ਚੱਲ ਪੈਨੇ ਆ, ਇੱਥੇ ਚੱਲੇ ਸਾਰੀਆਂ ਜਥੇਬੰਦੀਆਂ। ਸੋ ਮੈਂ ਤਾਂ ਸਰਕਾਰ ਨੂੰ ਅਪੀਲ ਕਰਦਾ ਹਾਂ ਕਿ ਸਰਕਾਰ ਜਿੱਦ ਛੱਡ ਕੇ ਬਿਜਲੀ ਕਿਸਾਨ ਨੂੰ ਦੇਣੀ ਸ਼ੁਰੂ ਕਰੇ, ਤਾਂ ਕਿ ਟਾਈਮ ਨਾਲ ਝੋਨਾ ਲੱਗ ਸਕੇ, ਟਾਈਮ ਨਾਲ ਵੱਢਿਆ ਜਾ ਸਕੇ, ਫਿਰ ਕਣਕ ਲੱਗ ਸਕੇ। ਜੇ ਕਿਸੇ ਛੋਟੇ ਕਿਸਾਨ ਦਾ ਇਹਨਾਂ ਨੇ ਵਾਹਤਾ, ਉਹਦੇ ਕੋਲ ਹੋਰ ਪਨੀਰੀ ਨਾ ਹੋਈ, ਉਹ ਫਿਰ ਆਤਮ ਹੱਤਿਆ ਹੀ ਕਰੂਗਾ ਨਾ, ਹੋਰ ਕੀ ਕਰੂਗਾ? ਜੇ ਝੋਨਾ ਵਾਹਿਆ ਗਿਆ, ਉਹਦਾ ਕੋਲ ਨਵੀਂ ਪਨੀਰੀ ਨਾ ਹੋਈ ਤੇ ਫਿਰ ਲਾਊਗਾ ਕਿੱਥੋਂ? ਫਿਰ ਉਹ ਆਤਮ ਹੱਤਿਆ ਵੱਲ ਹੀ ਜਾਊਗਾ ਨਾ। ਤਾਂ ਹੀ ਤਾਂ ਆਤਮ ਹੱਤਿਆ ਵਧੀ ਜਾਂਦੀਆਂ ਨੇ। ਪਹਿਲਾਂ ਕਰਜ਼ੇ ਦਾ ਝੂਠ ਬੋਲ ਗਏ, ਸਾਰਾ ਮਾਫ ਕਰਾਂਗੇ, ਉਹ ਕਰਿਆ ਨਹੀਂ, ਕਿਸਾਨ ਡਿਪਰੈਸ਼ਨ ਚ ਆ ਗਿਆ। ਸੋ ਸਰਕਾਰ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ, ਬਿਜਲੀ ਛੱਡ ਦਿਓ, ਕਿਸਾਨ ਦਾ ਝੋਨਾ ਨਾ ਵਾਹੋ, ਨਹੀਂ ਅਕਾਲੀ ਦਲ ਪੂਰਾ ਕਿਸਾਨਾਂ ਦੇ ਨਾਲ ਇਸ ਮਸਲੇ ਤੇ ਖੜੇਗਾ। ਠੀਕ ਹੈ ਰਠੌੜ ਸਾਹਿਬ, ਇਹ ਬੜਾ ਚੰਗਾ ਨਾ ਹੁੰਦਾ ਕਿ ਤੁਸੀਂ ਮਾਹਿਰਾਂ ਦੀ ਰਿਪੋਰਟ ਤਾਂ ਲੈ ਲਈ, ਚੰਗੀ ਗੱਲ ਹੈ, ਪਾਣੀ ਬਚਾਉਣ ਦੇ ਲਈ ਸੁਹਿਰਦ ਵੀ ਹੋ, ਪਰ ਬੜਾ ਚੰਗਾ ਹੁੰਦਾ ਜੇਕਰ ਕਿਸਾਨ ਆਗੂਆਂ ਜਾਂ ਕਿਸਾਨਾਂ ਦੀ ਖੁਦ ਰਾਏ ਲਈ ਜਾਂਦੀ, ਇੱਕ ਜੁਟਤਾ ਹੁੰਦੀ, ਇੱਕ ਵਿਚਾਰ ਹੁੰਦਾ, ਤਾਂ ਜ਼ਿਆਦਾ ਵਧੀਆ ਨਾ ਹੁੰਦਾ? ਦੇਖੋ, ਆਪਾਂ ਕੋਈ ਵੀ ਪਹਿਲਾਂ ਵੀ ਜਿਹੜੀ ਰਿਪੋਰਟ ਜਾਂ ਕੋਈ ਉਹ ਲਾਗੂ ਕਰਦੇ ਸੀਗੇ, ਬਿਲਕੁਲ ਮੈਂ ਮੰਨਦਾ ਇਹਦੇ 'ਚ ਇਹ ਬਹੁਤ ਵਧੀਆ ਹੁੰਦਾ, ਇਹਦੇ 'ਚ ਪਲੱਸ ਪੁਆਇੰਟ ਹੋ ਜਾਂਦਾ ਅਗਰ ਆਪਾਂ ਕਿਸਾਨਾਂ ਨੂੰ ਨਾਲ ਸਹਿਮਤੀ 'ਚ ਲੈ ਕੇ ਇਸ ਚੀਜ਼ ਦੇ ਉੱਤੇ ਫੈਸਲਾ ਕਰਦੇ। ਲੇਕਿਨ ਗੱਲ ਹੈ ਕਿ ਵੀ ਅਗਰ ਸਰਕਾਰ ਨੇ ਕੋਈ ਫੈਸਲਾ ਕਰਿਆ, ਮੈਂ ਤਾਂ ਫੇਰ ਉਸੇ ਗੱਲ ਤੇ ਆ ਜਾਊਂਗਾ, ਤਾਂ ਕਿਸਾਨਾਂ ਦਾ ਵੀ ਫਰਜ਼ ਸੀਗਾ, ਕਹਿੰਦੇ ਜੀ ਪਨੀਰੀ ਪਹਿਲਾਂ ਲਾਤੀ ਤਾਂ ਪਹਿਲਾਂ ਡਿਕਲੇਅਰ ਹੋ ਗਿਆ ਸੀਗਾ। ਕਿਸਾਨਾਂ ਦਾ ਵੀ ਫਰਜ਼ ਸੀਗਾ ਵੀ ਸਰਕਾਰ ਨੇ ਜੋ ਕਿਹਾ ਉਹਦੇ ਨਾਲ ਸਹਿਯੋਗ ਕਰੇ। ਸਰਕਾਰ ਨੇ ਕੋਈ ਜ਼ਬਰਦਸਤੀ ਪਹਿਲਾਂ ਤਾਂ ਨਹੀਂ ਕਰੀ ਵੀ ਹੁਣ ਜਿਸ ਤਰ੍ਹਾਂ ਕਹਿ ਰਹੇ ਵੀ ਥਾਣੇਦਾਰੀ ਕੀਤੀ ਹੈ। ਦੂਜੀ ਗੱਲ ਇਹ ਕਹਿੰਦੇ ਆ 65,000 ਰੁਪਏ ਕਿੱਲੇ ਦਾ ਠੇਕਾ, ਅਸੀਂ ਤਾਂ ਕਹਿੰਦੇ ਆ ਸਵਾਮੀਨਾਥਨ ਇਹਨਾਂ ਦੀ ਭਾਈਵਾਲ ਪਾਰਟੀ ਹੈ ਮਲੂਕਾ ਸਾਹਿਬ ਦੀ, ਲਾਗੂ ਕਰੋ। ਲਾਗੂ ਕਾਹਤੇ ਨਹੀਂ ਕਰਦੇ? ਉਹਦੇ ਵਿੱਚ ਖਰਚਾ 50% ਜੋ ਵੀ ਬਣਦਾ ਠੌਰ ਜੀ ਇਹ ਵੀ ਕਰਾ ਦਾਂਗੇ, ਬੇਫਿਕਰ ਹੋ ਜਾਓ, ਸਵਾਮੀਨਾਥਨ ਲਾਗੂ ਕਰਾਵਾਂਗੇ, 5-6 ਸਾਲ ਕਰਾਵਾਂਗੇ, ਬਿਲਕੁਲ ਕਰਾਵਾਂਗੇ। ਮੈਂ ਠੋਕ ਵਜਾ ਕੇ ਕਹਿੰਦਾ ਕਰਾਵਾਂਗੇ। ਸਰਕਾਰ ਕਰੇ 4 ਸਾਲ 5 ਸਾਲ ਤੁਸੀਂ ਉਹਨਾਂ ਦੇ ਨਾਲ ਰਹੇ, ਮੈਂ ਠੋਕ ਵਜਾ ਕੇ ਕਰਾਉਣਾ। ਤੁਸੀਂ ਸਾਨੂੰ ਪਹਿਲੇ ਸਾਲ ਕਹਿੰਦੇ ਆ ਨਹੀਂ, ਇਹਦਾ ਕਰਜ਼ਾ ਨਹੀਂ ਮਾਫ ਕੀਤਾ, ਤੁਸੀਂ 10 ਸਾਲ ਦੀ ਕੀਤੀ, ਪਹਿਲੇ ਤੁਸੀਂ ਕਹਿੰਦੇ ਇਹਦਾ ਮਤਲਬ ਠੌਰ ਜੀ ਨਾਲ ਘਾਟਾ ਪਊਗਾ। ਤੁਸੀਂ ਕਿਉਂ ਨਾ ਕੀਤੀ? ਤੁਸੀਂ ਨਹੀਂ ਕੀਤੀ। ਤੁਸੀਂ ਸਾਨੂੰ ਪਹਿਲੇ ਸਾਲ ਦੀ ਸਵਾਲ ਪੁੱਛਣ ਲੱਗੇ ਪੰਜਾਬ ਸਰਕਾਰ ਨੂੰ ਕਿ ਜੀ ਤੁਸੀਂ ਕਿਸਾਨਾਂ ਦਾ ਕਰਜ਼ਾ, ਜਿੰਨਾ ਅਸੀਂ ਕਰ ਸਕਦੇ ਸੀ ਅਸੀਂ ਕੀਤਾ ਜੀ, ਅਸੀਂ ਕਰ ਰਹੇ ਹਾਂ। ਹੁਣ ਵੀ ਹੋ ਰਿਹਾ ਕਰਜ਼ਾ ਮਾਫ, ਔਰ ਅਸੀਂ ਆਪਣੀ ਜਿਹੜੀ ਗੱਲ ਹੈ ਅਸੀਂ ਉਸ ਤੇ ਪੂਰੇ ਉਤਰਾਂਗੇ, ਵਚਨਬੱਧ ਹੈ। ਤੁਸੀਂ ਜੋ ਕਿਹਾ ਸੀ ਉਹ ਕਰੋ ਨਾ, ਜੋ ਕਿਹਾ ਸੀ ਉਹ ਕਰੋ। ਨਹੀਂ, ਇਹਦਾ ਮਤਲਬ ਜੋ ਕਿਹਾ ਸੀ ਉਹ ਕਰੋ, ਬਿਲਕੁਲ ਕਰਾਂਗੇ ਜੀ। ਇਹਦਾ ਮਤਲਬ ਇਹ ਹੋ ਗਿਆ ਵੀ ਤੁਸੀਂ ਮੰਨਦੇ ਆ ਵੀ ਝੋਨਾ ਲੇਟ ਲਾਉਣ ਨਾਲ ਕਿਸਾਨਾਂ ਦਾ ਨੁਕਸਾਨ ਹੋਣਾ ਹੀ ਹੋਣਾ ਆ, ਹਾਂਜੀ। ਤੇ ਨਾਲ ਉਹ ਰੇਟ ਵਧਾ ਕੇ ਮਲੂਕਾ ਸਾਹਿਬ ਸੈਂਟਰ ਤੋਂ ਰੇਟ ਵਧਾ ਕੇ ਉਹਨਾਂ ਦੀ ਉਹ ਭਰਪਾਈ ਕਰ ਦੇਣ ਉਹਦੀ, ਫਿਰ ਕਿਸਾਨਾਂ ਨੂੰ ਤਾਂ ਕੋਈ ਫਾਇਦਾ ਨਾ ਹੋਇਆ ਸਵਾਮੀਨਾਥਨ ਦੀ ਰਿਪੋਰਟ ਦਾ। ਉਹ ਤਾਂ ਫਿਰ ਜਿਹੜੀ ਆ ਕਾਂਗਰਸ ਸਰਕਾਰ ਦੀ ਜਿਹੜੀ ਉਹ ਥਾਣੇਦਾਰੀ ਆ, ਉਹਨੂੰ ਕੰਪਨਸੇਟ ਕਰਨ ਲਈ ਮਲੂਕਾ ਸਾਹਿਬ ਕੇਂਦਰ ਤੋਂ ਕਰਵਾਉਣ, ਉਹ ਅਲੱਗ ਮੰਗ ਆ ਜਿਹੜੀ ਸਹੀ ਪਾ ਦੇਣ ਦੀ ਹੈ। ਜਿਹੜੀ ਇਹ ਆ, ਇਹ ਇੱਕ ਅਲੱਗ ਨਵੀਂ ਪ੍ਰੋਬਲਮ ਕ੍ਰੀਏਟ ਕੀਤੀ ਜਾ ਰਹੀ ਆ, ਜਿਹਦੇ ਨਾਲ ਕਿਸਾਨਾਂ ਦਾ ਝਾੜ ਘਟੇਗਾ, ਫਸਲ ਦਾ ਝਾੜ ਘਟੇਗਾ, ਕੁਆਲਿਟੀ ਉਹਦੀ ਮਾੜੀ ਹੋਏਗੀ, ਵੇਚਣ ਵੇਲੇ ਵੀ ਪ੍ਰੋਬਲਮ ਆਏਗੀ, ਫਰਕ ਪਏਗਾ। ਪੂਰੇ ਜ਼ੋਰ ਨਾਲ ਲੜ ਰਹੇ ਆ, ਵੈਗਰੂ ਭਲੀ ਕਰੂਗਾ, ਰਿਪੋਰਟ ਲਾਗੂ ਕਰਾਵਾਂਗੇ। ਚਲੋ ਬੈਦਵਾਨ ਸਾਹਿਬ, ਇੱਕ ਸਵਾਲ ਇਹ ਹੈ ਕਿ ਜੇਕਰ ਹੁਣ ਸਰਕਾਰ ਕਹਿੰਦੀ ਹੈ ਕਿ ਔਰ ਸਰਕਾਰ ਵੱਲੋਂ ਜਦੋਂ ਕੁਝ ਮੈਂ ਜਾਣਾ ਹੁਣ ਮੇਰੀ ਸੌਰੀ ਮੈਂ ਬਸ ਇੱਕ ਸੈਕਿੰਡ, ਹਾਂਜੀ ਮਲੂਕਾ ਸਾਹਿਬ ਬਸ ਤੁਹਾਨੂੰ ਫ੍ਰੀ ਕਰ ਰਹੇ ਹਾਂ ਜੀ। ਇਹ ਗੱਲ ਇਹ ਹੈ ਕਿ ਜੇਕਰ ਹੁਣ ਸਰਕਾਰ ਵੱਲੋਂ ਸਖਤੀ ਕੀਤੀ ਜਾਂਦੀ ਹੈ ਤਾਂ ਫਿਰ ਕਿਸਾਨ ਕਿਵੇਂ ਨਜਿੱਠਣਗੇ? ਕਿਸਾਨਾਂ ਨੇ ਲੱਖੋਵਾਲ ਗਰੁੱਪ ਨੇ ਤਾਂ ਜੀ ਅੱਜ ਚਾਬੀਆਂ ਪਕੜਾ ਦਿੱਤੀਆਂ ਕਿ ਸਾਡਾ ਨਹੀਂ ਤੁਸੀਂ ਲਵਾਣੀ, ਸਾਡਾ ਪੈਸਾ ਪੂਰਾ ਕਰ ਦਿਓ ਤੇ ਸਾਨੂੰ ਕੋਈ ਲੋੜ ਨਹੀਂ, ਅਸੀਂ ਤੁਹਾਡੇ ਨਾਲ ਸਹਿਮਤ ਹੈ। ਲੇਕਿਨ ਮੈਂ ਤੁਹਾਡੀ ਜਾਣਕਾਰੀ ਲਈ ਦੱਸ ਦਵਾਂ ਜੀ, ਜਿਹੜੀਆਂ ਇਹ ਡੇਟਾਂ ਬਣੀਆਂ, ਜਿਸ ਵਕਤ ਪਹਿਲੀ ਵਾਰੀ ਕਿਹਾ ਹੋਇਆ ਕਿ ਲੋਕਾਂ ਨੇ ਸੱਠੀ ਲਾਉਣੀ ਸ਼ੁਰੂ ਕਰਤੀ ਜੀਰੀ, ਕਣਕ ਵੱਢ ਦੇ ਨਾਲ ਹੀ ਖੇਤ 'ਚ ਅਜੇ ਕਣਕ ਖੜੀ ਹੁੰਦੀ ਸੀ, ਉਹ ਤੋਂ ਫਿਰ ਨਾਲ ਹੀ ਝੋਨਾ 3 ਫਸਲਾਂ ਲੈਣੀਆਂ ਸ਼ੁਰੂ ਕਰਤੀਆਂ।
ਫਿਰ ਜਿਹੜੇ ਕਿਸਾਨ ਸੀ ਉਹਨਾਂ ਨੂੰ ਕੁਝ ਥੋੜਾ ਨੇ ਪਾਣੀ ਦਾ ਵੀ ਸੀਗਾ, ਉਹਨਾਂ ਨੇ ਮਹਾਰਾ ਨੇ ਰਲ ਕੇ ਦੱਸਿਆ ਵੀ ਜਿੰਨਾ ਤੁਸੀਂ 60 ਚੋਂ ਕਮਾਉਂਦੇ ਆ ਉਹਨਾਂ ਤੁਹਾਨੂੰ ਜੀਰੀਆਰ ਕਣਕ 'ਚ ਲਾਸ ਹੋ ਜਾਂਦਾ ਤੇ ਤੁਹਾਡਾ ਜਿਹੜਾ ਨੈਟ ਪ੍ਰੋਫਿਟ ਹੈ ਉਹ ਉੱਥੀ ਆ ਜਾਂਦਾ। ਤੇ ਪਹਿਲੀ ਵਾਰੀ ਜਿਹੜੀ 1 ਜੂਨ ਤਰੀਕ ਬੰਨੀ ਗਈ ਔਰ ਜਦੋਂ ਕਿਸਾਨਾਂ ਨੇ 1 ਜੂਨ ਨੂੰ ਜੀਰੀ ਲਾ ਕੇ ਦੇਖਿਆ ਤਾਂ ਉਹਨਾਂ ਨੂੰ ਉਹ ਗੱਲ ਠੀਕ ਲੱਗੀ, ਉਹਨਾਂ ਨੇ ਖੀੜੇ ਮੱਥੇ ਸਹਾਰ ਲਈ। ਉਹਦੇ ਵਿੱਚ ਅਸੀਂ 10 ਦਿਨ ਹੋਰ ਵੀ, ਮੈਂ ਜਿੰਨੀ ਵਾਰ ਤੁਹਾਡੇ ਇੱਥੇ ਆਏ ਆ ਚੈਨਲ ਤੇ ਗਿਆ, ਮੈਂ 1 ਜੂਨ ਮੰਗਦਾ ਰਿਹਾ, ਅੱਜ ਵੀ 1 ਜੂਨ ਮੰਗਦਾ, ਪਰ ਅਸੀਂ ਆਪਣੇ ਵੱਲੋਂ 10 ਦਿਨ ਫੇਰ ਰਿਲੈਕਸ ਕਰਦੇ ਹਾਂ ਵੀ ਚਲੋ ਅਸੀਂ 10 ਤੇ ਲਾ ਲੈਂਦੇ ਹਾਂ। ਪਰ ਇਸ ਤੋਂ ਵੱਧ ਜੀ ਸਾਡਾ ਨੁਕਸਾਨ ਹੈ। ਦੇਖੋ ਲਾਉਣ ਨੂੰ ਸਰਕਾਰ ਸਭ ਕੁਝ ਕਰ ਸਕਦੀ ਹੈ ਜਾਂ ਅਸੀਂ ਵੀ ਸਬਰ ਕਰ ਲਾਂਗੇ, ਬਾਕੀ ਕੰਮਾਂ ਤੋਂ ਵੀ ਤਾਂ ਅਸੀਂ ਸਬਰ ਕਰਦੇ ਹਾਂ, ਕੋਈ ਮੀਂਹ ਪੈਂਦਾ ਗੜੇ ਪੈਂਦਾ, ਪਰ ਸਾਡੇ ਨਾਲ ਇਹ ਧੱਕੇਸ਼ਾਹੀ ਹੈ ਸਰਕਾਰ ਦੀ। ਇਹ ਸਾਡੇ ਨਾਲ ਮੈਂ ਨਾਦਰਸ਼ਾਹੀ ਫਰਮਾਨ ਨਹੀਂ ਕਹੂੰਗਾ, ਬੇਈਮਾਨੀ ਹੈ, ਕਿਉਂਕਿ ਇਸ ਸਰਕਾਰ ਦੇ ਵਿੱਚ ਕਿੰਨੇ ਸਾਰੇ ਜੱਟ ਕਿਸਾਨੀ ਨਾਲ ਸੰਬੰਧਿਤ ਬੰਦੇ, ਔਰ ਅੱਜ ਦੀ ਧਰਮਸੋਤ ਜੀ ਦੀ ਇਹ ਰਿਪੋਰਟ ਹੈ ਕਿ ਕਿਸਾਨਾਂ ਦੇ ਝਾੜ 'ਚ ਕੋਈ ਫਰਕ ਨਹੀਂ ਪੈਂਦਾ, ਜਦ ਕਿ ਉਹ ਬੰਦਾ ਮਲੋਹ ਦੇ ਏਰੀਏ ਦੇ ਵਿੱਚੋਂ ਕਿਸਾਨਾਂ ਦੇ ਨਾਲ ਰਿਹਾ, ਕਿਸਾਨਾਂ ਦੀ ਉਹਨੂੰ ਰਗ ਰਗ ਦਾ ਪਤਾ ਹੈ, ਉਹ ਫਿਰ ਜਾਣ ਬੁੱਝ ਕੇ ਝੂਠ ਬੋਲੀ ਜਾਂਦਾ। ਇਹੋ ਜਿਹੇ ਬੰਦਿਆਂ ਦਾ ਅਸੀਂ ਕੀ ਕਰ ਸਕਦੇ। ਠੀਕ ਹੈ, ਬਹੁਤ ਬਹੁਤ ਮਿਹਰਬਾਨੀ ਸਾਰੇ ਮਹਿਮਾਨਾਂ ਦੀ ਇਸ ਪੂਰੀ ਵਿਚਾਰ ਚਰਚਾ 'ਚ ਬਣੇ ਰਹਿਣ ਦੇ ਲਈ। ਸੋ ਉਮੀਦ ਅਸੀਂ ਇਹੀ ਕਰਦੇ ਹਾਂ ਕਿ ਟਕਰਾਅ ਵਾਲੀ ਘੱਟੋ ਘੱਟ ਸਥਿਤੀ ਨਾ ਬਣੇ, ਪਰ ਹਾਲਾਤ ਅਜਿਹੇ ਬਣ ਰਹੇ ਨੇ ਕਿਉਂਕਿ ਕਿਸਾਨ ਬਜਿੱਦ ਨੇ 10 ਜੂਨ ਤੋਂ ਝੋਨਾ ਲਾਉਣ ਦੇ ਲਈ ਔਰ ਸਰਕਾਰ ਬਜਿੱਦ ਹੈ 20 ਜੂਨ ਤੋਂ ਬਿਜਲੀ ਸਪਲਾਈ ਦੇਣ ਦੇ ਲਈ। ਹੁਣ ਦੇਖਦੇ ਹਾਂ ਕਿ ਮੰਨੀ ਕਿਸ ਦੀ ਜਾਂਦੀ ਹੈ। ਦੇਸ਼ ਦੁਨੀਆ ਦੀ ਬਾਕੀ ਖਬਰਾਂ ਲਈ ਬਣੇ ਰਹੋ PTC ਨਿਊਜ਼ ਦੇ ਨਾਲ। ਧੰਨਵਾਦ।